आप लिहो तुम कथा सुधारी। सतनाम श्री वाहिगुरु साहिब जी। दोहरा श्री सतगुर थिर सभा मह संगत दर्शन दीन अरप उपायन सना कीन। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਜਾਪ ਕੀਰਤਨ ਆਪ ਜੀ ਨੇ। ਆਓ ਆਪਣੀਆਂ ਮਨ ਬਿਰਤੀਆਂ ਸ੍ਰੀ ਪਟਨਾ ਸਾਹਿਬ ਲੈ ਚਲੀਏ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨੇ ਸਾਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਿਤਾ ਨੇ ਅਵਤਾਰ ਧਾਰਿਆ ਹੈ ਔਰ ਲਗਭਗ 5-6 ਸਾਲ ਸਤਿਗੁਰੂ ਜੀ ਉੱਥੇ ਰਹੇ ਹਨ। ਉੱਥੇ ਹੁਣ ਜਦੋਂ ਆਪ ਜੀ ਲਗਭਗ 4 ਸਾਲ ਦੇ ਹੋ ਚੁੱਕੇ ਸਨ ਤਾਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਵੱਲੋਂ ਧੂਬੜੀ ਸਾਹਿਬ ਵੱਲੋਂ ਵਾਪਸ ਪਟਨਾ ਸਾਹਿਬ ਪਹੁੰਚੇ ਹਨ। ਪਟਨੇ ਦੀਆਂ ਸੰਗਤਾਂ ਨੇ 9ਵੇਂ ਪਾਤਸ਼ਾਹ ਦਾ ਬੜਾ ਭਰਵਾਂ ਸਵਾਗਤ ਕੀਤਾ ਹੈ। ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਨੇ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਿਹੜੇ ਵਿੱਚ ਵੱਡਾ ਭਾਰੀ ਦੀਵਾਨ ਸਜਿਆ ਹੈ। ਪਹਿਲੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੋਵਾਂ ਸਤਿਗੁਰਾਂ ਦਾ ਪਿਤਾ ਪੁੱਤਰ ਦਾ ਮੇਲ ਹੋਇਆ ਹੈ। ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। श्री सतगुर थिर सभा मह ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਵਾਨ ਵਿੱਚ ਸੁਭਾਏਮਾਨ ਹੋਏ ਹਨ संगत दर्शन दीन ਔਰ ਸੰਗਤਾਂ ਨੂੰ ਖੁੱਲੇ ਦਰਸ਼ਨ ਦਿੱਤੇ ਹਨ। अरप उपायन सब मिले। ਮਹਾਰਾਜ ਨੂੰ ਗੁਰੂ ਕੇ ਪਿਆਰੇ ਸਿੱਖ ਆਪਣੀਆਂ ਪ੍ਰੇਮ ਭੇਟਾਵਾਂ ਦੇ ਕੇ ਮਿਲੇ ਹਨ पूर कामना कीन। ਤੇ ਸਤਿਗੁਰੂ ਜੀ ਨੇ ਸਾਰਿਆਂ ਦੀਆਂ ਮਨੋਕਾਮਨਾ ਪੂਰਨ ਕੀਤੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਿਹੜਾ ਪਰਮੇਸ਼ਰ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਰੂਪ ਵਿੱਚ ਬਿਰਾਜਮਾਨ ਹੈ ਤੇ ਉਹਨਾਂ ਦੇ ਚਰਨਾਂ ਵਿੱਚੋਂ ਸੰਗਤਾਂ ਆਪਣੀਆਂ ਮਨੋਕਾਮਨਾ ਪੂਰਨ ਕਰਵਾ ਰਹੀਆਂ ਹਨ। चौपई पुन उठ गमने ले सब साथ। ਫਿਰ ਜਦੋਂ ਸਾਰੀ ਸੰਗਤ ਨੂੰ ਦਰਸ਼ਨ ਦੇ ਹਟੇ ਸੰਗਤਾਂ ਦਰਸ਼ਨ ਕਰਕੇ ਆਪਣੇ ਆਪਣੇ ਸਥਾਨਾਂ ਨੂੰ ਚਲੀਆਂ ਗਈਆਂ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਵਾਨ ਚੋਂ ਉੱਠੇ ਨੇ ਔਰ ਆਪਣੇ ਲਾਡਲੇ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨਾਲ ਲਿਆ ਹੈ। जननी निकट गए गुरुनाथ। ਮਹਿਲਾਂ ਦੇ ਵਿੱਚ ਘਰ ਦੇ ਵਿੱਚ ਆਪਣੀ ਮਾਤਾ ਨਾਨਕੀ ਜੀ ਦੇ ਕੋਲ ਗਏ ਹਨ। नमर होए कर सीस निवायो। ਜਾ ਕੇ ਮਾਤਾ ਨਾਨਕੀ ਜੀ ਦੇ ਚਰਨਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੱਥਾ ਟੇਕਿਆ ਹੈ। बिखनंदन दृग मह छल छायो। ਮਾਤਾ ਨਾਨਕੀ ਜੀ ਨੇ ਜਦੋਂ ਆਪਣੇ ਪਿਆਰੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖਿਆ ਤੇ ਅੱਖਾਂ ਵਿੱਚ ਹੰਝੂ ਆ ਗਏ, ਨੇਤਰਾਂ ਵਿੱਚ ਜਲ ਆ ਗਿਆ। अधिक बरदासत प्रेम बिसाला। ਬਹੁਤ ਬਿਰਧ ਹੋ ਚੁੱਕੇ ਸਨ ਮਾਤਾ ਜੀ। ਪੁੱਤਰ ਦਾ ਪਿਆਰ ਮੋਹ ਉਹ ਮਨ ਨੂੰ ਖਿੱਚ ਪਾ ਰਿਹਾ ਸੀ। ਕਦੀ ਇੰਨਾ ਸਮਾਂ ਵਿਛੋੜਾ ਨਹੀਂ ਸੀ ਪਿਆ ਮਾਂ ਪੁੱਤਰ ਦਾ। ਪਹਿਲੀ ਵਾਰ ਇਹ 3-4 ਸਾਲ ਦਾ ਲੰਮਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਤਾ ਜੀ ਤੋਂ ਦੂਰ ਅਸਾਮ ਦੇਸ਼ ਵੱਲ ਰਹਿਣਾ ਪਿਆ ਹੈ। सत अंगन पर सह करनाला। ਤੇ ਮਾਤਾ ਜੀ ਉਸ ਪੁੱਤਰ ਦੇ ਵਿਛੋੜੇ ਨੂੰ ਸਹਿ ਰਹੇ ਨੇ ਇੰਨੇ ਸਮੇਂ ਤੋਂ। ਅੱਜ ਜਦੋਂ ਪੁੱਤਰ ਸਾਹਮਣੇ ਆਇਆ ਤੇ ਮਾਤਾ ਦੇ ਪਿਆਰ ਦੀ ਜਿਹੜੀ ਅੰਦਰਲੀ ਕਾਂਗ ਸੀ, ਜਿਹੜੀ ਤਰੰਗ ਸੀ, ਉਹ ਬਹੁਤ ਪ੍ਰਬਲ ਹੋ ਕੇ ਉੱਠੀ ਹੈ ਤੇ ਮਾਤਾ ਦੀਆਂ ਨੇਤਰਾਂ ਦੇ ਵਿੱਚ ਅੱਖਾਂ ਵਿੱਚ ਜਲ ਆ ਗਿਆ ਹੈ। आशिक देत पुत्र तम जीवह। ਤੇ ਸਿਰ ਤੇ
ਪਿਆਰ ਦਾ ਹੱਥ ਫੇਰਿਆ, ਪਿੱਠ ਤੇ ਹੱਥ ਫੇਰਿਆ, ਮੱਥਾ ਚੁੰਮਿਆ ਤੇ ਬਜ਼ੁਰਗ ਮਾਂ ਨੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਸ ਦਿੱਤੀ ਕਿ ਲਾਲ ਜੀ ਜੁਗੋ ਜੁਗ ਜਿਉਂਦੇ ਰਹੋ, ਵੱਡੀਆਂ ਉਮਰਾਂ ਹੋਣ ਤੁਹਾਡੀਆਂ। ਸਹਤ ਆਨੰਦ ਵੱਡੀ ਵਿਆਥੀ ਵਹ। ਮਾਤਾ ਨਾਨਕੀ ਜੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਰ ਦੇ ਰਹੇ ਨੇ, ਆਨੰਦ ਨਾਲ ਵੱਡੀਆਂ ਉਮਰਾਂ ਵਾਲੇ ਹੋਵੋ, ਸੁਖ ਪਾਵਹੁ ਸਭ ਰੀਤ ਸੁਭਾਇਕ। ਔਰ ਸਭ ਤਰ੍ਹਾਂ ਦੇ ਸੁਖ ਪਰਮੇਸ਼ਰ ਤੁਹਾਨੂੰ ਦਵੇ। ਸ਼੍ਰੀ ਨਾਨਕ ਜੀ ਸਦਾ ਸਹਾਇਕ। ਧੰਨ ਗੁਰੂ ਨਾਨਕ ਦੇਵ ਜੀ ਤੁਹਾਡੇ ਅੰਗ ਸੰਗ ਰਹਿਣ, ਸਦਾ ਹੀ ਸਹਾਈ ਹੋਣ ਮਹਾਰਾਜ ਸੱਚੇ ਪਾਤਸ਼ਾਹ ਜੀ। ਤਬ ਗੁਜਰੀ ਪਹੁੰਚੀ ਕਰ ਜੋਰੇ। ਇਤਨੇ ਨੂੰ ਮਾਤਾ ਗੁਜਰੀ ਜੀ ਵੀ ਉਸ ਕਮਰੇ ਵਿੱਚ ਆ ਗਏ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਮਾਤਾ ਨੂੰ ਮਿਲ ਰਹੇ ਸਨ। ਮਾਤਾ ਗੁਜਰੀ ਜੀ ਨੇ ਦੋਵੇਂ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਹੈ। ਨਮਰ ਹੋਏ ਪਤ ਚਰਨ ਨੇ ਹੋਰੇ। ਬੜੀ ਨਿਮਰਤਾ ਨਾਲ ਪਤੀ ਜੀ ਦੇ ਆਪਣੇ ਗੁਰਦੇਵ ਪਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਦਾਸੀ ਦਾਸ ਨਮੋ ਸਭ ਕਰ ਕੈ। ਮਾਤਾ ਗੁਜਰੀ ਜੀ ਨੇ ਮੱਥਾ ਟੇਕਿਆ। ਜਿੰਨੇ ਵੀ ਘਰ ਦੇ ਸੇਵਾਦਾਰ ਸਨ, ਸੇਵਾਦਾਰਨੀਆਂ, ਦਾਸੀਆਂ, ਦਾਸ, ਸਾਰਿਆਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਰਹੇ ਗੁਰੂ ਕੋ ਰੂਪ ਨਿਹਰ ਕੈ। ਤੇ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੁੰਦਰ ਸਰੂਪ ਦੇਖ ਰਹੇ ਹਨ। ਲੰਮੇ ਸਮੇਂ ਬਾਅਦ ਅੱਜ ਮਹਾਰਾਜ ਦੇ ਦਰਸ਼ਨ ਹੋਏ ਹਨ। ਸਾਹਿਬਜ਼ਾਦੇ ਕੀ ਦਿਸ਼ ਸਾਰੇ। ਤੇ ਸਾਰਿਆਂ ਦੀ ਨਿਗਾਹ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਵੱਲ ਹੈ, ਉਹਨਾਂ ਦੇ ਚਿਹਰੇ ਵੱਲ ਹੈ, ਕਿਉਂਕਿ ਉਹ ਪਹਿਲੀ ਵਾਰ ਆਪਣੇ ਪਿਤਾ ਨੂੰ ਮਿਲੇ ਹਨ, ਪਿਤਾ ਦੀ ਗੋਦੀ 'ਚ ਬੈਠੇ ਹਨ। ਤਿਸ ਛਿਨ ਸਤਿਗੁਰ ਸਹਿਤ ਨਿਹਾਰੇ। ਉਸ ਵੇਲੇ ਸਾਰੀਆਂ ਸੰਗਤਾਂ ਖੁਸ਼ ਸਨ ਕਿ ਅੱਜ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੋਵੇਂ ਪਿਓ ਪੁੱਤਰ ਇਕੱਠੇ ਬੈਠੇ ਹਨ। ਬੁਝਾ ਇਤ ਹੋ ਪਿਤਾ ਜੀ ਗਏ। ਤੇ ਗੁਰੂ ਸਾਹਿਬ ਜੀ ਆਪਣੇ ਪਿਤਾ ਜੀ ਨੂੰ ਪੁੱਛਦੇ ਨੇ, ਦਸਵੇਂ ਪਾਤਸ਼ਾਹ ਮਹਾਰਾਜ, ਪਿਤਾ ਜੀ ਤੁਸੀਂ ਕਦੋਂ ਦੇ ਗਏ ਹੋਏ ਹੋ? ਕਿਤਕ ਦੂਰ ਲੋ ਪ੍ਰਾਪਤ ਭਏ। ਕਿੰਨੀ ਦੂਰ ਗਏ ਸੀ ਤੁਸੀਂ ਪਿਤਾ ਜੀ? ਇੰਨੇ ਦਿਨਾਂ ਬਾਅਦ ਆਏ ਹੋ ਤੇ ਬਹੁਤ ਦੂਰ ਗਏ ਹੋਵੋਗੇ। ਸਾਗਰ ਬੇਲਾ ਲਗ ਅਵਲੋਕਾ। ਮਹਾਰਾਜ ਤੁਸੀਂ ਸਮੁੰਦਰ ਦੇ ਕਿਨਾਰੇ ਤੱਕ ਦੇਖ ਆਏ ਹੋ? ਧਰਤੀ ਜਿੱਥੇ ਮੁੱਕਦੀ ਹੈ, ਜਿੱਥੇ ਸਮੁੰਦਰ ਪਾਣੀ ਪਾਣੀ ਅੱਗੇ, ਉਹ ਤੁਸੀਂ ਦੇਖਿਆ ਹੋਵੇਗਾ। ਕਿਦਾ ਉਰੇ ਹੀ ਜਾਵਨ ਰੋਕਾ। ਜਾਂ ਮਹਾਰਾਜ ਉਰੇ ਹੀ ਤੁਸੀਂ ਵਾਪਸ ਆ ਗਏ ਹੋ, ਸਮੁੰਦਰ ਦੇ ਕਿਨਾਰੇ ਨਹੀਂ ਗਏ? ਗੁਰੂ ਤੇਗ ਬਹਾਦਰ ਸਾਹਿਬ ਤੋਂ ਦਸਵੇਂ ਪਾਤਸ਼ਾਹ ਜੀ ਬੜੇ ਪਿਆਰ ਨਾਲ ਪੁੱਛ ਰਹੇ ਹਨ, ਕੌਣ ਦੇਸ਼ ਹਿਤ ਗਏ ਲੜਾਈ। ਏ ਪਿਤਾ ਜੀ ਕਿਹੜੇ ਦੇਸ਼ ਵਾਸਤੇ ਗਏ ਸੀ ਲੜਨ ਵਾਸਤੇ? ਤੁਸੀਂ ਕਿਹੜੇ ਦੇਸ਼ ਵਿੱਚ ਲੜਾਈ ਹੋਣੀ ਸੀ ਜਿਹੜੀ ਜਾ ਕੇ ਤੁਸੀਂ ਟਾਲ ਦਿੱਤੀ ਹੈ? ਭਈ ਕਿ ਨਹੀਂ ਮਿਲੇ ਰਿਪ ਆਈ। ਮਹਾਰਾਜ ਦੱਸੋ ਪਿਤਾ ਜੀ, ਲੜਾਈ ਹੋਈ ਸੀ? ਦੁਸ਼ਮਣ ਆਇਆ ਸੀ ਕਿ ਨਹੀਂ ਹੋਈ ਲੜਾਈ? ਸਾਰੀ ਗੱਲ ਦੱਸੋ। ਮਦਰ ਪੁੱਤਰ ਕੇ ਬਾਕ ਸੁਹਾਏ। ਆਪਣੇ 5 ਸਾਲ ਦੇ 4 ਸਾਲ ਦੇ ਪੁੱਤਰ ਦੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣ ਕੇ, ਸੁਨ ਸਤਿਗੁਰੂ ਬ੍ਰਿਤਾਂਤ ਬਤਾਏ। ਉਹ ਸਵਾਲ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦੇ ਹਨ ਵੀ ਮੈਂ ਕਿੱਥੇ ਗਿਆ ਸੀ ਪੁੱਤਰ, ਅਸੀਂ ਉੱਥੇ ਜਾ ਕੇ ਕੀ ਕੀਤਾ ਹੈ, ਕਿਹੜੇ ਦੇਸ਼ ਗਏ ਸੀ, ਉਹ ਦੱਸਣ ਲੱਗੇ ਹਨ। ਦੇਸ਼ ਕਾਮਰੂ ਮੰਤਰਣ ਚੋਰ। ਮਹਾਰਾਜ ਕਹਿੰਦੇ ਪੁੱਤਰ ਜੀ ਕਾਮਰੂ ਦੇਸ਼ ਅਸੀਂ ਗਏ ਸੀ, ਜਿੱਥੇ ਮੰਤਰਾਂ ਦਾ ਜਾਦੂਆਂ ਦਾ ਬੜਾ ਜ਼ੋਰ ਹੈ। ਗੁਹਾਟੀ ਸ਼ਹਿਰ, ਅਸਾਮ ਦੀ ਧਰਤੀ, ਬ੍ਰਹਮਪੁੱਤਰ ਦਰਿਆ ਦਾ ਕਿਨਾਰਾ, ਉਸ ਦੇਸ਼ ਦੇ ਲੋਕ ਜਾਦੂਗਰ ਹਨ, ਜਾਦੂ ਟੂਣੇ ਕਰਦੇ ਹਨ। ਕਰਕੇ ਸਿੱਖ ਬਸ ਹੈ ਤਿਸ ਠਾਰ। ਉੱਥੇ ਵੀ ਗੁਰੂ ਦੇ ਸਿੱਖ ਰਹਿੰਦੇ ਹਨ, ਗੁਰੂ ਕੀ ਸੰਗਤ ਉੱਥੇ ਵੀ ਹੈ, ਜਿਹੜੇ ਗੁਰਬਾਣੀ ਪੜ੍ਹਦੇ ਹਨ, ਗੁਰੂ ਨਾਲ ਜੁੜੇ ਹੋਏ ਹਨ। ਸ਼੍ਰੀ ਨਾਨਕ ਪਹੁੰਚੇ ਇੱਕ ਕਾਲ। ਇੱਕ ਸਮਾਂ ਸੀ ਉਸ ਬੰਗਲਾਦੇਸ਼, ਕਾਮਰੂ ਦੇਸ਼, ਅਸਾਮ ਦੇਸ਼ ਵੱਲ, ਬੰਗਾਲ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਸਨ। ਪਾਲਾ ਮਰਦਾਨਾ ਜਗਨਾਲ। ਉਸ ਵੇਲੇ ਗੁਰੂ ਸਾਹਿਬ ਜੀ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੋਵੇਂ ਹੀ ਸਨ। ਪੁਰ ਕੇ ਵਹਰ ਗੁਰੂ ਟਿਕ ਰਹੇ। ਉਸ ਵੇਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਢਾਕੇ ਸ਼ਹਿਰ ਦੇ ਬਾਹਰ-ਬਾਹਰ
ਜਾ ਕੇ ਨਗਰ ਤੋਂ ਬਾਹਰ ਬੈਠੇ ਸਨ, ਸਿੱਖੀ ਪ੍ਰਗਟਾਵ ਉਨਕੋ ਕਹੇ। ਕਿਉਂਕਿ ਮਹਾਰਾਜ ਦਾ ਮਿਸ਼ਨ ਸੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਰ ਕੌਮ, ਹਰ ਦੇਸ਼, ਹਰ ਜਾਤੀ ਦੇ ਇਨਸਾਨ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਜੀ ਗਏ ਸਨ। ਤ੍ਰਿਖਾ ਲਗੀ ਮਰਦਾਨੇ ਜਾਨੀ, ਉਸ ਵੇਲੇ ਮਰਦਾਨੇ ਨੂੰ ਪਿਆਸ ਲੱਗ ਗਈ, ਮਰਦਾਨੇ ਨੂੰ ਪਾਣੀ ਦੀ ਤਲਬ ਲੱਗੀ ਸੀ। ਗਮਨਿਓ ਪੁਰਹਿਤ ਪੀਵਨ ਪਾਨੀ, ਤੇ ਭਾਈ ਮਰਦਾਨਾ ਉਸ ਸ਼ਹਿਰ ਦੇ ਵਿੱਚ ਪਾਣੀ ਪੀਣ ਗਿਆ ਸੀ। ਤਹ ਮੇਢਾ ਕਰ ਬੰਧਨ ਕੀਨਾ, ਪਰ ਪੁੱਤਰ ਜੀ, ਉਥੋਂ ਦੀਆਂ ਜਾਦੂਗਰਨੀਆਂ ਨੇ ਭਾਈ ਮਰਦਾਨੇ ਨੂੰ ਆਪਣੇ ਜਾਦੂ ਨਾਲ ਮੇਢਾ ਬਣਾ ਲਿਆ ਸੀ, ਭੇਡੂ ਬਣਾ ਲਿਆ ਸੀ। ਸ਼੍ਰੀ ਨਾਨਕ ਜਬ ਐਸੇ ਚੀਨਾ, ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਅੰਤਰਜਾਮਤਾ ਨਾਲ, ਆਪਣੀ ਆਤਮਿਕ ਸ਼ਕਤੀ ਨਾਲ ਜਾਣ ਲਿਆ, ਮਰਦਾਨਾ ਵਾਪਸ ਨਹੀਂ ਆਇਆ। ਜਾਦੂਗਰਨੀਆਂ ਨੇ ਉਸ ਨੂੰ ਮੀਢਾ ਬਣਾ ਲਿਆ ਹੈ, ਭੇਡੂ ਬਣਾ ਲਿਆ ਹੈ। ਗਏ ਛਡਾਵਨ ਤ੍ਰੈ ਉਤਲਾਈ, ਗੁਰੂ ਨਾਨਕ ਦੇਵ ਜੀ ਭਾਈ ਬਾਲੇ ਨੂੰ ਲੈ ਕੇ ਮਰਦਾਨੇ ਨੂੰ ਛਡਾਉਣ ਵਾਸਤੇ ਗਏ ਸਨ। ਅੱਗੇ ਡਿਊਟੀ 'ਚ ਦੋ ਔਰਤਾਂ ਬੈਠੀਆਂ ਹੋਈਆਂ ਜਾਦੂਗਰਨੀਆਂ, ਜਿਨ੍ਹਾਂ ਨੇ ਮਰਦਾਨੇ ਦੇ ਗਲ 'ਚ ਧਾਗਾ ਪਾਇਆ ਸੀ ਤੇ ਮਰਦਾਨੇ ਨੂੰ ਭੇਡੂ ਬਣਾ ਕੇ ਕਿੱਲੀ ਨਾਲ ਬੰਨ੍ਹਿਆ ਸੀ। ਉਹਨਾਂ ਨੇ ਵੇਖਿਆ ਦੋ ਬੰਦੇ ਹੋਰ ਆ ਗਏ ਨੇ। ਉਹਨਾਂ ਨੇ ਆਪਸ ਵਿੱਚ ਤਿਆਰੀ ਕਰ ਲਈ। ਇੱਕ ਕਹਿਣ ਲੱਗੀ, ਮੈਂ ਸੱਜੇ ਵਾਲੇ ਪਾਸੇ ਬੰਦਾ ਜਿਹੜਾ ਆ ਰਿਹਾ ਉਹਦੇ ਗਲ ਵਿੱਚ ਧਾਗਾ ਪਾਵਾਂਗੀ। ਦੂਜੀ ਕਹਿਣ ਲੱਗੀ, ਜਿਹੜਾ ਖੱਬੇ ਪਾਸੇ ਤੁਰਿਆ ਆਂਦਾ ਮੈਂ ਉਹਦੇ ਗਲ ਪਾਵਾਂਗੀ। ਯਾਨੀ ਬਾਲੇ ਤੇ ਮਰਦਾਨੇ, ਮੈਂ ਬਾਲੇ ਤੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਦੋਵਾਂ ਨੇ ਤਿਆਰੀ ਕਰ ਲਈ ਸਤਿਗੁਰੂ ਜੀ ਉੱਤੇ ਆਪਣੇ ਜਾਦੂ ਦਾ ਅਸਰ ਪਾਉਣ ਦੀ। ਗਰ ਕਰ ਤਾਗਾ ਪਾਵਨ ਧਾਈ, ਤੇ ਗੁਰੂ ਮਹਾਰਾਜ ਦੇ ਗਲ ਧਾਗਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਾਦੂਗਰਨੀਆਂ ਨੇ। ਤਦ ਛਿਨ ਭੇਡ ਦੇਹ ਕੋ ਧਾਰਾ, ਤੇ ਉਸੇ ਵੇਲੇ ਹੀ ਉਹ ਫਿਰ ਭੇਡਾਂ ਬਿੱਲੀਆਂ ਬਣ ਗਈਆਂ, ਕੁੱਤੀਆਂ ਬਣ ਗਈਆਂ। ਉਹ ਉਹਨਾਂ ਦਾ ਸਰੀਰ ਆਪਣਾ ਹੀ ਪਲਟ ਗਿਆ। ਜਿਹੜਾ ਜਾਦੂ ਉਹਨਾਂ ਨੇ ਗੁਰੂ ਸਾਹਿਬ ਤੇ ਛੱਡਿਆ ਸੀ, ਉਲਟਾ ਪੈ ਗਿਆ। ਬਾਣੀ 'ਚ ਲਿਖਿਆ ਹੈ, ਜੇ ਕੋ ਸਰ ਸੰਧੇ ਜਨ ਉਪਰ, ਫਿਰ ਉਲਟੋ ਤਿਸੇ ਲਗਾਵੇਗੋ। ਜਿਹੜਾ ਸੰਤਾਂ ਮਹਾਂਪੁਰਸ਼ਾਂ ਤੇ ਪਰਮੇਸ਼ਰ ਦੇ ਪਿਆਰਿਆਂ ਤੇ ਜਾਦੂ ਟੂਣਾ ਕਰਦਾ ਹੈ, ਜਾਂ ਕੋਈ ਕਿਸੇ ਤਰ੍ਹਾਂ ਵੀ ਕੋਈ ਵਾਰ ਕਰਦਾ ਹੈ, ਉਲਟਾ ਉਸੇ ਨੂੰ ਆ ਕੇ ਲੱਗ ਜਾਂਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਤੇ ਜਾਦੂਗਰਨੀਆਂ ਨੇ ਆਪਣਾ ਜਾਦੂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਦੂਜੀ ਨੇ ਬਾਲਾ ਸੁਨਿਹਾਰਾ, ਇੱਕ ਨੇ ਗੁਰੂ ਮਹਾਰਾਜ ਦੇ ਗਲ ਵਿੱਚ ਧਾਗਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਦੂਜੀ ਨੇ ਭਾਈ ਬਾਲੇ ਵੱਲ ਵੇਖਿਆ। ਤਿਸ ਟਿਗ ਪਹੁੰਚੀ ਸਰਮਾ ਬਣੀ, ਉਹ ਜਦੋਂ ਭਾਈ ਬਾਲੇ ਦੇ ਕੋਲ ਗਈ ਤੇ ਕੂਕਰੀ ਬਣ ਗਈ, ਕੁੱਤੀ ਦੀ ਦੇਹ ਬਣ ਗਈ ਉਸ ਦੀ। ਵਿਖੀ ਤ੍ਰਿਆ ਆਏ ਤਿਨ ਧਨੀ, ਤੇ ਉਹਨਾਂ ਦੀ ਜਿਹੜੀ ਵੱਡੀ ਜਾਦੂਗਰਨੀ ਸੀ ਨੂਰ ਸ਼ਾਹ, ਉਹਨੂੰ ਪਤਾ ਲੱਗਾ ਵੀ ਤੇਰੀਆਂ ਦੋਵੇਂ ਜਾਦੂਗਰਨੀਆਂ, ਇੱਕ ਕੁੱਤੀ ਬਣੀ ਹੈ, ਇੱਕ ਬੇਲੀ ਬਣੀ ਹੈ, ਬਾਹਰ ਫਿਰਦੀ ਹੈ। ਤੇ ਉਸ ਵੇਲੇ ਫਿਰ ਉਹ ਜਾਦੂਗਰਨੀ ਜਿਹੜੀ ਵੱਡੀ ਸੀ ਨਾ, ਉਹ ਆਪਣੀਆਂ ਫੌਜਾਂ ਲੈ ਕੇ ਜਾਦੂ ਟੂਣੇ ਕਰਨ ਲਈ ਆਈ ਸੀ। ਮਰਦਾਨੇ ਕੋ ਮਨੁੱਖ ਬਣਾਇਓ, ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦੇ ਗਲ ਦਾ ਧਾਗਾ ਲਾ ਕੇ ਉਹਨੂੰ ਭੇਡੂ ਤੋਂ ਫਿਰ ਮਨੁੱਖ ਬਣਾ ਲਿਆ ਸੀ। ਗੁਰ ਪ੍ਰਤਾਪ ਕੋ 3 ਲੱਖ ਪਾਇਓ, ਫਿਰ ਜਦੋਂ ਉਸ ਜਾਦੂਗਰਨੀ ਨੇ ਆਪਣਾ ਸਾਰਾ ਜ਼ੋਰ ਲਾ ਲਿਆ, ਨੂਰ ਸ਼ਾਹ ਨੇ ਆਪਣੀਆਂ ਕਰਾਮਾਤਾਂ, ਆਪਣੀਆਂ ਸ਼ਕਤੀਆਂ, ਆਪਣੇ ਜਾਦੂ ਟੂਣੇ ਸਾਰੇ ਚਲਾ ਲਏ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੇ ਕੋਈ ਜਾਦੂ ਟੂਣਾ ਨਹੀਂ ਚੱਲਿਆ। ਤਾਂ ਫਿਰ ਉਹ ਚਰਨਾਂ 'ਚ ਢਹਿ ਪਈ ਸੀ। ਭਏ ਸਿੱਖ ਧਰਮਸ਼ਾਲਾ ਕਰੀ, ਤੇ ਕਹਿਣ ਲੱਗੀ, ਮਹਾਰਾਜ ਸਾਨੂੰ ਆਪਣੇ ਵਾਲਾ ਜਾਦੂ ਸਿਖਾ ਦਿਓ। ਮਹਾਰਾਜ ਕਹਿੰਦੇ, ਸਾਡੇ ਵਾਲਾ ਜਾਦੂ ਇੰਨਾ ਸਸਤਾ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ, ਕਲਰਕੀਆਂ ਵਣਜਾਰੀਆਂ ਝੁੰਗੇ ਮੁਸ਼ਕ ਮੰਗੇਨ। ਪੰਜਾਬੀ ਦੇ ਵਿੱਚ ਝੁੰਗਾ ਸ਼ਬਦ ਵਰਤਿਆ ਜਾਂਦਾ। ਦੁਕਾਨ ਤੇ ਜਾਈਦਾ ਨਾ, ਬੱਚੇ ਕੋਈ ਸਮਾਨ ਲੈਣ ਜਾਂਦੇ ਤੇ ਉਹਨੂੰ ਦੁਕਾਨਦਾਰ ਝੁੰਗੇ ਦੇ ਵਿੱਚ ਇੱਕ ਟੌਫੀ ਗੋਲੀ ਦੇ ਦਿੰਦਾ ਹੁੰਦਾ ਸੀ, ਉਹਨੂੰ ਕਹਿੰਦੇ ਝੁੰਗਾ। ਮਹਾਰਾਜ ਕਹਿੰਦੇ, ਤੁਸੀਂ ਖਰੀਦਣ ਤੇ ਆਈਆਂ ਕਲਰ ਤੇ ਝੁੰਗੇ 'ਚ ਮੁਸ਼ਕ ਪੂਰ ਮੰਗਦੀਆਂ, ਮਹਿੰਗਾ ਸੌਦਾ। ਜੇ ਰੁਪਈਏ ਦਾ ਸਮਾਨ ਲਈਏ ਤੇ ਪੈਸੇ 2 ਪੈਸੇ ਦਾ ਝੁੰਗਾ ਤਾਂ ਮਿਲ ਜਾਂਦਾ,
ਪਰ ਰੁਪਈਏ ਦੇ ਸਮਾਨ ਦੇ ਬਦਲੇ 'ਚ 100 ਦਾ ਨਹੀਂ ਮਿਲਦਾ। ਆਖੋ ਸ੍ਰੀ ਵਾਹਿਗੁਰੂ। ਤੇ ਤੁਸੀਂ ਤਾਂ ਸਸਤਾ ਸੌਦਾ ਖਰੀਦਣ ਵਾਲੀਆਂ ਹੋ, ਤੁਸੀਂ ਇਸ ਜਾਦੂ ਨੂੰ ਥੋੜਾ ਜਾਣ ਸਕਦੀਆਂ। ਇਹ ਜਾਦੂ ਕਿੱਦਾਂ ਦਾ? ਕਹਿਣ ਲੱਗੀਆਂ ਜੀ ਕਿੱਦਾਂ ਦਾ ਦੱਸੋ। ਮਹਾਰਾਜ ਕਹਿੰਦੇ ਸਾਡਾ ਜਾਦੂ ਕਿਸੇ ਦਾ ਬੁਰਾ ਨਹੀਂ ਕਰਦਾ। ਕੋਈ ਜਾਦੂ ਟੂਣਾ ਵਿਖਾ ਕੇ ਕਿਸੇ ਨੂੰ ਆਪਣੇ ਮਗਰ ਨਹੀਂ ਲਾਣਾ, ਕਰਾਮਾਤਾਂ ਨਹੀਂ ਦਿਖਾਣੀਆਂ, ਪਰਮੇਸ਼ਰ ਦਾ ਭਾਣਾ ਮੰਨਣਾ। ਤੁਸੀਂ ਜਾਦੂ ਟੂਣੇ ਕਰਕੇ ਲੋਕਾਂ ਨੂੰ ਗੁਲਾਮ ਬਣਾਉਂਦੇ ਹੋ, ਬੁਰੇ ਕੰਮ ਕਰਦੇ ਹੋ। ਅਸੀਂ ਬੁਰੇ ਕੰਮ ਨਹੀਂ ਕਰਦੇ, ਨਾ ਕਰਨ ਦਿੰਦੇ। ਫਿਰ ਕਹਿਣ ਲੱਗੀ ਸਾਨੂੰ ਸੱਚੇ ਮਾਰਗ ਤੇ ਪਾਓ। ਮਹਾਰਾਜ ਨੇ ਫਿਰ ਉਹਨਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦਿੱਤਾ ਸੀ। ਉੱਥੇ ਧਰਮਸ਼ਾਲਾ ਬਣਵਾਈ ਸੀ। ਆਖਿਆ ਸੀ ਸਵੇਰੇ ਸ਼ਾਮ ਕੀਰਤਨ ਕਰਿਆ ਕਰੋ, ਗੁਰਦੁਆਰੇ 'ਚ ਬੈਠ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਇਆ ਕਰੋ, ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਇਹ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਕਾਂ ਨੂੰ ਦਿੱਤੀ ਸੀ। ਆਓ ਪ੍ਰਤੀਤ ਭਗਤ ਕੀ ਧਰੀ, ਪ੍ਰੇਮਾ ਭਗਤੀ ਦੇ ਰਾਹ ਤੇ ਤੋਰਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਤੁਰਕਨ ਤੇ ਮਵਾਸ ਤਹ ਰਾਜਾ। ਤੋ ਪੁੱਤਰ ਜੀ ਅਸੀਂ ਉਸ ਦੇਸ਼ ਵਿੱਚ ਜਾ ਕੇ ਆਏ ਹਾਂ ਜਿੱਥੇ ਪਹਿਲਾਂ ਗੁਰੂ ਨਾਨਕ ਦੇਵ ਜੀ ਗਏ ਸਨ। ਉੱਥੋਂ ਦਾ ਰਾਜਾ ਜਿਹੜਾ ਸੀ ਤੁਰਕਾਂ ਦੀ ਈਨ ਨਹੀਂ ਸੀ ਮੰਨਦਾ। ਮੰਤਰਣ ਤੇ ਨਰ ਕਰਹਿ ਕੋ ਕਾਜਾ। ਉਹਦੇ ਦੇਸ਼ ਵਿੱਚ ਮੰਤਰ ਜਾਦੂ ਟੂਣੇ ਦਾ ਬੜਾ ਜ਼ੋਰ ਹੈ। ਜਾਦੂ ਟੂਣੇ ਨਾਲ ਉਹ ਆਪਣੇ ਕਿਸੇ ਦੁਸ਼ਮਣ ਦੇ ਪੈਰ ਨਹੀਂ ਸੀ ਲੱਗਣ ਦਿੰਦੇ। ਬਿਸ਼ਨ ਸਿੰਘ ਨ੍ਰਿਪ ਤਹਾ ਪਠਾਇਓ। ਇਧਰੋਂ ਜੋਧਪੁਰ ਦਾ ਰਾਜਾ ਬਿਸ਼ਨ ਸਿੰਘ, ਇਹਨੂੰ ਔਰੰਗਜ਼ੇਬ ਨੇ ਕਾਮਰੂ ਦੇਸ਼ ਫਤਿਹ ਕਰਨ ਵਾਸਤੇ ਭੇਜਿਆ ਸੀ। ਇਹ ਡਰ ਕਰ ਹਮ ਸ਼ਰਣੀ ਆਇਓ। ਇਹ ਡਰ ਕੇ ਸਾਡੀ ਸ਼ਰਨ ਆ ਗਿਆ ਵੀ ਕਾਮਰੂ ਦੇਸ਼ ਅਸੀਂ ਜਾਣਾ ਹੈ, ਉੱਥੇ ਜਾਦੂ ਟੂਣੇ ਦਾ ਬੜਾ ਜ਼ੋਰ ਹੈ, ਗੁਰੂ ਜੀ ਮੇਰੇ ਨਾਲ ਚੱਲੋ। ਇਹ ਫਿਰ ਸਾਨੂੰ ਨਾਲ ਲੈ ਗਿਆ ਸੀ। ਗਇਓ ਸੰਗ ਲੈ ਕਾਰਜ ਸਰੇ। ਇਹ ਸਾਨੂੰ ਨਾਲ ਲੈ ਗਿਆ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰਾ ਮੋਰਚਾ ਫਤਿਹ ਹੋਇਆ, ਸਾਰੇ ਕਾਰਜ ਸਰ ਗਏ ਨੇ। ਜਿਹੜੇ ਦੁਸ਼ਟ ਦੋਖੀ ਆਪਸ ਵਿੱਚ ਲੜਨ ਝਗੜਨ ਵਾਲੇ, ਉਹਨਾਂ ਸਾਰਿਆਂ ਦੀ ਆਪਸ ਵਿੱਚ ਸੁਲ੍ਹਾ ਕਰਾ ਦਿੱਤੀ ਹੈ, ਵੈਰ ਵਿਰੋਧ ਖਤਮ ਕਰਾ ਦਿੱਤਾ ਹੈ। ਦੋਹ ਦਿਸ਼ ਮੇਲ ਹਮ ਹੋ ਤਿਨ ਕਰੇ। ਮਹਾਰਾਜ ਕਹਿੰਦੇ ਅਸੀਂ ਲੜਾਈ ਵੀ ਨਹੀਂ ਹੋਣ ਦਿੱਤੀ। ਦੋਵਾਂ ਰਾਜਿਆਂ ਦੀ ਸੁਲ੍ਹਾ ਕਰਾ ਕੇ, ਮੇਲ ਕਰਾ ਕੇ ਇੱਕ ਦੂਜੀ ਦਾ ਆਪਸ ਵਿੱਚ ਪਿਆਰ ਬਣਾ ਦਿੱਤਾ ਹੈ, ਸੰਧੀ ਕਰਵਾ ਦਿੱਤੀ ਹੈ। ਬਿਸ਼ਨ ਸਿੰਘ ਕੀ ਪਤ ਰਹਿ ਆਈ। ਰਾਜੇ ਬਿਸ਼ਨ ਸਿੰਘ ਦੀ ਪਤ ਰਹਿ ਗਈ ਹੈ। ਹੁਣ ਇਹ ਔਰੰਗਜ਼ੇਬ ਦੀ ਕਚਹਿਰੀ 'ਚ ਜਾ ਕੇ ਕਹਿ ਸਕਦਾ ਵੀ ਮੈਂ ਕਾਮਰੂ ਦੇਸ਼ ਦੇ ਵਿੱਚ ਮਸਲੇ ਸਾਰੇ ਹੱਲ ਕਰਕੇ ਆਇਆ ਹਾਂ। ਫਟੇ ਜੀਤ ਕੀ ਬੰਬ ਬਜਾਈ। ਜਿੱਤ ਦੇ ਨਗਾਰੇ ਵਜਾ ਕੇ ਰਾਜਾ ਬਿਸ਼ਨ ਸਿੰਘ ਵਾਪਸ ਪਰਤਿਆ ਹੈ। ਸੁਨ ਹਰਖਿਓ ਸਗਰੋ ਪਰਿਵਾਰ। ਇਹ ਸੁਣ ਕੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਬੜੇ ਖੁਸ਼ ਹੋਏ। ਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਸੁਣ ਰਹੇ ਸੀ ਬੜੇ ਧਿਆਨ ਨਾਲ, ਪੁੱਛ ਰਹੇ ਸੀ। ਉਹਨਾਂ ਨੇ ਸਵਾਲ ਵੀ ਇਹੀ ਕੀਤਾ ਸੀ, ਪਿਤਾ ਜੀ ਤੁਸੀਂ ਕਿੱਥੇ ਗਏ ਸੀ? ਪਿਤਾ ਜੀ ਕਿੰਨੀ ਦੇਰ ਦੂਰ ਸੀ ਉਹ ਦੇਸ਼, ਤੇ ਉੱਥੇ ਲੜਾਈ ਹੋਈ ਕਿ ਨਹੀਂ ਹੋਈ? ਤੇ ਉਹ ਸਾਰੀ ਗੱਲ 10ਵੇਂ ਪਾਤਸ਼ਾਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸ ਰਹੇ ਨੇ। ਅਨਕ ਭਾਂਤ ਕੇ ਕਰੇ ਆਹਾਰ। ਤੇ ਇਤਨੇ ਨੂੰ ਲੰਗਰ ਤਿਆਰ ਹੋ ਗਿਆ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਨੇ ਆਪਣੇ ਕੋਲ ਬਿਠਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਹੈ। ਕਰ ਕਰ ਅਚਵਾ ਵਹ ਹਰ ਖਾਏ। ਤੇ ਕੋਲ ਬਿਠਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਥਾਲੀ ਵਿੱਚੋਂ ਪ੍ਰਸ਼ਾਦ ਦਿੰਦੇ ਹਨ। ਪੁੱਤਰ ਸਮੇਤ ਗੁਰੂ ਤ੍ਰਿਪਤਾਏ। ਗੁਰੂ ਸਾਹਿਬ ਆਪਣੇ ਪੁੱਤਰ ਨੂੰ ਕੋਲ ਬਿਠਾ ਕੇ ਲੰਗਰ ਛਕਿਆ ਹੈ। ਸੰਗਤ ਪੁਰ ਪਟਣੇ ਕੀ ਆਵੈ। ਪਟਣੇ ਸਾਹਿਬ ਦੀਆਂ ਸੰਗਤਾਂ ਸਾਰੀਆਂ ਆਉਂਦੀਆਂ ਹਨ। ਦਰਸ਼ਨ ਰੋਜ਼ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ। ਮਹਾਰਾਜ ਦੇ ਚਰਨਾਂ 'ਚ ਪ੍ਰੇਮ ਭੇਟਾਵਾਂ ਅਰਪਣ ਕਰਦੀਆਂ ਹਨ। ਗਏ ਦੇਸ਼ ਜਿਸ ਬੂਝਹ ਬਾਤੀ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਟਨੇ ਵਾਸੀ ਅਸਾਮ ਦੇਸ਼ ਦਾ ਹਾਲ ਪੁੱਛਦੇ ਨੇ। ਅੱਜ ਕੱਲ ਤੇ ਸਾਧ ਸੰਗਤ ਜੀ ਗੂਗਲ ਦੇ ਉੱਤੇ ਸਾਰੀ ਦੁਨੀਆ ਪਈ ਹੈ, ਆਪਾਂ ਜਿੱਥੋਂ ਦਾ ਮਰਜ਼ੀ ਨੈਟ ਤੋਂ ਦੇਖ ਲੈਂਦੇ ਆ। ਪਹਿਲੇ ਤੇ 12 ਮੀਲ ਤੋਂ ਪਰੇ ਪਤਾ ਨਹੀਂ ਸੀ ਹੁੰਦਾ ਵੀ ਕੀ ਹੈ। ਪੰਜਾਬ ਦੇ ਵਿੱਚ, ਹਰਿਆਣੇ ਵਿੱਚ, ਯੂਪੀ 'ਚ, ਬਿਹਾਰ ਵਿੱਚ, ਪੂਰੇ ਦੇਸ਼ ਵਿੱਚ 12 ਮੀਲ ਤੇ ਬੋਲੀ ਬਦਲ ਜਾਂਦੀ। ਇਹ ਸਾਰੇ ਪਾਸੇ ਪ੍ਰਸਿੱਧ ਹੈ ਵੀ ਕਹਿੰਦੇ 12 ਮੀਲ ਤੇ ਬੋਲੀ ਬਦਲ ਜਾਂਦੀ ਹੈ। ਉਹ ਬੋਲੀ ਕਿਉਂ ਬਦਲਦੀ ਹੈ? ਕਿਉਂਕਿ ਇਸ ਪਿੰਡ ਵਾਲਿਆਂ ਨੇ 12 ਮੀਲ ਤੋਂ ਪਰੇ ਜਾਣਾ ਹੀ ਕੋਈ ਨਹੀਂ, ਕੰਮ ਹੀ ਕੋਈ ਨਹੀਂ।
ਆਪਣੇ ਕਈ ਬੰਦੇ ਦਾ ਵਿਚਾਰੇ ਉਸੇ ਇਲਾਕੇ 'ਚ ਜੰਮ ਕੇ ਉੱਥੇ ਹੀ ਮਰ ਜਾਂਦੇ ਸੀ। ਇਹ ਹੁਣ ਜਦੋਂ 150 ਸਾਲ ਤੋਂ ਟ੍ਰੇਨਾਂ ਚੱਲੀਆਂ, ਬੱਸਾਂ ਚੱਲੀਆਂ, ਗੱਡੀਆਂ ਕਾਰਾਂ ਚੱਲੀਆਂ ਤੇ ਦੂਰ ਦੂਰ ਲੋਕ ਜਾਣ ਆਉਣ ਲੱਗ ਪਏ ਤੇ ਦੂਰ ਦਾ ਪਤਾ ਹੁੰਦਾ ਫਲਾਣੇ ਸ਼ਹਿਰ ਦਾ ਇਹ ਹਾਲ ਹੈ, ਫਲਾਣੇ ਦੇਸ਼ ਦਾ ਇਹ ਹਾਲ ਹੈ, ਫਲਾਣੇ ਸੂਬੇ ਦਾ ਇਹ ਹਾਲ ਹੈ। ਪਹਿਲਾਂ ਕਿਹਨੂੰ ਪਤਾ ਹੁੰਦਾ ਸੀ? ਪਟਨੇ ਵਾਲੇ ਪੁੱਛਦੇ ਆ, ਗੁਰੂ ਜੀ ਅਸਾਮ ਦੇਸ਼ ਕੈਸਾ ਹੈ, ਤੁਸੀਂ ਦੇਖ ਕੇ ਆਏ ਹੋ। ਬੰਗਲਾਦੇਸ਼ ਕੈਸਾ ਹੈ, ਮਹਾਰਾਜ ਜੀ ਬੰਗਾਲ ਕੈਸਾ ਹੈ। ਤੇ ਗੁਰੂ ਸਾਹਿਬ ਜੀ ਉਸ ਇਲਾਕੇ ਦਾ, ਉੱਥੋਂ ਦਾ ਵਾਤਾਵਰਣ, ਉੱਥੋਂ ਦੀ ਬੋਲੀ, ਉੱਥੋਂ ਦਾ ਰਹਿਣ ਸਹਿਣ, ਉੱਥੋਂ ਦੇ ਲੋਕਾਂ ਦਾ ਖਾਣ ਪੀਣ, ਉੱਥੋਂ ਦੇ ਲੋਕਾਂ ਦਾ ਵਰਤੋਂ ਵਿਹਾਰ ਪਟਨੇ ਵਾਲਿਆਂ ਨੂੰ ਦੱਸਦੇ ਹਨ। ਸੁਣ ਸੁਣ ਜਸ ਕੋ ਕਹਿ ਬਹੁ ਭਾਂਤੀ। ਤੇ ਜਦੋਂ ਗੁਰੂ ਸਾਹਿਬ ਤੋਂ ਸੁਣਦੇ ਨੇ ਸਾਰੇ ਸਿੱਖ ਕਹਿੰਦੇ ਧੰਨ ਗੁਰੂ ਸੱਚੇ ਪਾਤਸ਼ਾਹ, ਧੰਨ ਹੋ ਤੁਸੀਂ ਜਿਹੜੇ ਸਾਨੂੰ ਉਸ ਦੇਸ਼ ਦੇ ਇੱਥੇ ਬੈਠਿਆਂ ਨੂੰ ਹੀ ਦਰਸ਼ਨ ਕਰਾ ਦਿੱਤੇ ਹਨ। ਤੁਮ ਬਿਨ ਕੌਣ ਕਰੈ ਸਰ ਜਾਏ। ਤੇ ਮਹਾਰਾਜ ਜਿਹੜਾ ਤੁਸੀਂ ਕੰਮ ਕਰਕੇ ਆਏ ਹੋ, ਬਿਨਾਂ ਲੜਾਈ ਦੇ ਜੰਗ ਜਿੱਤ ਲਿਆ। ਲੜਾਈ ਕਰਕੇ ਵੀ ਔਰੰਗਜ਼ੇਬ ਜਿੱਤ ਨਹੀਂ ਸਕਿਆ ਤੇ ਤੁਸੀਂ ਪ੍ਰੇਮ ਨਾਲ ਹੀ ਜਿੱਤ ਲਿਆ। ਦੋਵਾਂ ਰਾਜਿਆਂ ਦੀ ਸੁਲ੍ਹਾ ਕਰਾ ਦਿੱਤੀ ਹੈ। ਦੇਸ਼ ਕਾਮਰੂ ਮੰਤਰਣ ਥਾਏ। ਅਸਾਮ ਦਾ ਦੇਸ਼ ਗੁਹਾਟੀ ਦਾ ਇਲਾਕਾ ਕਮੱਖਿਆ ਦੇਵੀ ਦਾ ਮੰਦਿਰ ਹੈ। ਸਾਰੇ ਕਮੱਖਿਆ ਦੇਵੀ ਨੂੰ ਮੰਨਦੇ ਨੇ ਤੇ ਕਮੱਖਿਆ ਨੂੰ ਮੰਨਣ ਵਾਲੇ ਸਾਰੇ ਹੀ ਜਾਦੂ ਟੂਣੇ ਵਿੱਚ ਬੜੇ ਪਰਫੈਕਟ ਨੇ। ਉਹਨਾਂ ਨੂੰ ਜਿੱਤਣਾ ਬੜਾ ਮੁਸ਼ਕਲ ਸੀ। ਗੁਰੂ ਜੀ ਤੁਹਾਡੇ ਤੋਂ ਬਿਨਾਂ ਉਹ ਦੇਸ਼ ਫਤਿਹ ਨਹੀਂ ਸੀ ਹੋ ਸਕਦਾ। ਮਾਨ ਸਿੰਘ ਸੇ ਮਾਰੇ ਜਹਾਂ। ਜਿੱਥੇ ਰਾਜਾ ਮਾਨ ਸਿੰਘ ਅਕਬਰ ਦੇ ਸਮੇਂ ਮਾਰਿਆ ਗਿਆ ਸੀ। ਅਕਬਰ ਬਾਦਸ਼ਾਹ ਨੇ ਰਾਜਾ ਮਾਨ ਸਿੰਘ ਨੂੰ ਕਾਮਰੂ ਦੇਸ਼ ਫਤਿਹ ਕਰਨ ਵਾਸਤੇ ਭੇਜ ਦਿੱਤਾ। ਅੱਗੋਂ ਕਾਮਰੂ ਵਾਲਿਆਂ ਨੇ ਐਸੀ ਜਾਦੂਗਰਨੀ ਨੇ ਕੋਈ ਜਾਦੂ ਕੀਤਾ ਕਿ ਰਾਜਾ ਮਾਨ ਸਿੰਘ ਪਾਗਲ ਹੋ ਗਿਆ। ਉਹਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ। ਦਰਿਆ ਬ੍ਰਹਮਪੁੱਤਰ ਦੇ ਕੰਢੇ ਤੇ ਤੜਫ ਤੜਫ ਕੇ ਉਹਦੀ ਜਾਨ ਨਿਕਲੀ। ਉਹਦੀ ਡੈੱਡ ਬਾਡੀ ਵੀ ਵਾਪਸ ਰਾਜਸਥਾਨ ਨਹੀਂ ਆ ਸਕੀ। ਜੋਧਪੁਰ ਦਾ ਰਾਜਾ ਸੀ, ਉਧਰ ਹੀ ਮਾਰਿਆ ਗਿਆ। ਅਪਰਣ ਕੀ ਗਿਣਤੀ ਕਹ ਕਹਾ। ਹੋਰ ਤੇ ਕਿਸੇ ਦੀ ਕੀ ਗਿਣਤੀ ਹੈ। ਐਡੇ ਐਡੇ ਰਾਜੇ ਵੀ ਉਸ ਦੇਸ਼ ਨੂੰ ਜਿੱਤ ਨਹੀਂ ਸਕੇ। ਵੱਡੀ ਭੀੜ ਸਤਿਗੁਰ ਘਰ ਹੋਈ। ਤੇ ਗੁਰੂ ਜੀ ਤੁਸੀਂ ਬਿਨਾਂ ਲੜਾਈ ਦੇ ਉਹ ਦੇਸ਼ ਜਿੱਤ ਲਿਆ ਹੈ। ਰਾਜੇ ਬਿਸ਼ਨ ਸਿੰਘ ਨੂੰ ਫਤਿਹ ਦਵਾਈ ਹੈ। ਦੋਵਾਂ ਰਾਜਿਆਂ ਦੀ ਸੁਲ੍ਹਾ ਕਰਾਈ ਹੈ। ਕਿਉਂਕਿ ਕਾਮਰੂਪ ਦੇਸ਼ ਦੇ ਰਾਜੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਔਰੰਗਜ਼ੇਬ ਤੁਰਕਾਂ ਦਾ ਬਾਦਸ਼ਾਹ ਸਾਡੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ। ਅਸੀਂ ਇਸ ਦੇਸ਼ 'ਚ ਆਜ਼ਾਦ ਰਹਿੰਦੇ, ਔਰੰਗਜ਼ੇਬ ਦੇ ਗੁਲਾਮ ਨਹੀਂ ਹੋਣਾ ਚਾਹੁੰਦੇ। ਇਹ ਰਾਜਾ ਬਿਸ਼ਨ ਸਿੰਘ ਜਿਹੜਾ ਇਹ ਸਾਨੂੰ ਔਰੰਗਜ਼ੇਬ ਦੇ ਗੁਲਾਮ ਬਣਾਉਣਾ ਚਾਹੁੰਦਾ ਹੈ। ਹਿੰਦੂ ਰਾਜਾ ਸਾਡੇ ਨਾਲ ਲੜਨ ਆ ਗਿਆ। ਅਸੀਂ ਵੀ ਹਿੰਦੂ ਹਾਂ, ਇਹ ਵੀ ਹਿੰਦੂ ਹੈ ਤੇ ਤੁਸੀਂ ਸਾਡੇ ਹਿੰਦੂਆਂ ਦੇ ਗੁਰੂ ਹੋ ਸੱਚੇ ਪਾਤਸ਼ਾਹ, ਤੁਸੀਂ ਸਾਡੀ ਸੁਲ੍ਹਾ ਕਰਾ ਦਿਓ, ਲੜਾਈ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗੱਲ ਬੜੀ ਵਧੀਆ ਹੈ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਦੋਵਾਂ ਰਾਜਿਆਂ ਦੀ ਸੁਲ੍ਹਾ ਕਰਾ ਦਿੱਤੀ, ਲੜਾਈ ਨਹੀਂ ਹੋਣ ਦਿੱਤੀ। ਆਵਹਿ ਅਨਕ ਜਾਹਿ ਚਲ ਕੋਈ। ਇਸ ਤਰ੍ਹਾਂ ਪਟਨੇ ਦੀਆਂ ਸੰਗਤਾਂ ਰੋਜ਼ ਆਉਂਦੀਆਂ ਗੁਰੂ ਜੀ ਕੋਲੋਂ ਅਸਾਮ ਦਾ, ਬੰਗਲਾਦੇਸ਼ ਦਾ ਹਾਲ ਚਾਲ ਪੁੱਛਦੀਆਂ। ਮਹਾਰਾਜ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਲੱਗਿਓ ਅੰਬਾਰ ਅਕੋਰਣ ਕੇਰੇ। ਕਹਿੰਦੇ ਭੇਟਾਵਾਂ ਦੇ ਅੰਬਾਰ ਲੱਗ ਜਾਂਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ। ਜਿੰਨੀਆਂ ਵੀ ਸੰਗਤਾਂ ਆਉਂਦੀਆਂ ਕੁਛ ਨਾ ਕੁਛ ਤੋਹਫੇ ਲੈ ਕੇ ਆਉਂਦੀਆਂ, ਕੋਈ ਮਾਇਆ ਲੈ ਕੇ ਆਉਂਦੀਆਂ ਹਨ। ਜਿਤ ਕਿਤ ਮੰਗਲ ਵਧੇ ਵਧੇਰੇ। ਗੁਰੂ ਘਰ 'ਚ ਲੰਗਰ ਚੱਲਦਾ ਹੀ ਰਹਿੰਦਾ, ਮੰਗਲ ਖੁਸ਼ੀਆਂ ਬਣੀਆਂ ਹੀ ਰਹਿੰਦੀਆਂ ਨੇ, ਕੀਰਤਨ ਹੁੰਦਾ ਰਹਿੰਦਾ ਹੈ। ਰਹਿਣ ਲੱਗੇ ਸਤਿਗੁਰ ਨਿਜ ਧਾਮ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਘਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਰਹਿ ਰਹੇ ਹਨ। ਹੋਤ ਕੀਰਤਨ ਨਿਤ ਅਬਿਰਾਮ। ਰੋਜ਼ ਕੀਰਤਨ ਹੁੰਦਾ ਹੈ, ਰੋਜ਼ ਸੰਗਤਾਂ ਜੁੜਦੀਆਂ ਨੇ। ਦੋਵੇਂ ਟਾਈਮ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਸ਼ਾਮ ਨੂੰ ਆਰਤੀ ਹੁੰਦੀ ਹੈ। ਸਾਰਾ ਦਿਨ ਬਾਣੀ ਦਾ ਪ੍ਰਵਾਹ ਚੱਲਦਾ ਹੈ। 3 ਦਿਵਸ ਤਹ ਬਸਿਓ ਨਰੇਸ਼ਾ। 3 ਦਿਨ ਰਾਜਾ ਬਿਸ਼ਨ ਸਿੰਘ ਪਟਨੇ ਵਿੱਚ ਹੀ ਰਿਹਾ ਹੈ। ਪਹੁੰਚਿਓ ਚਾਹ ਨਿਕਟ ਤੁਰਕੇਸ਼ਾ। ਤੇ ਫਿਰ ਰਾਜਾ ਬਿਸ਼ਨ ਸਿੰਘ ਗੁਰੂ ਤੇਗ ਬਹਾਦਰ ਜੀ ਤੋਂ ਇਜਾਜ਼ਤ ਲੈ ਕੇ ਦਿੱਲੀ ਔਰੰਗਜ਼ੇਬ ਕੋਲ ਪਹੁੰਚਣਾ ਚਾਹੁੰਦਾ ਹੈ। ਆਏ ਗੁਰੂ ਤੇਗ ਗਰੀਬ ਨਿਵਾਈ। ਤੀਜੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆ ਕੇ ਮੱਥਾ ਟੇਕਿਆ। ਸਭ ਬਿਰਤਾਂਤ ਕਹਿ ਲੀਨ ਬਿਦਾਈ। ਮਹਾਰਾਜ ਜੀ ਹੁਣ ਮੈਨੂੰ ਆਗਿਆ ਦਿਓ,
ਮੈਂ ਦਿੱਲੀ ਜਾਵਾਂ, ਬਾਦਸ਼ਾਹ ਨੂੰ ਰਿਪੋਰਟ ਕਰਨੀ ਹੈ ਵੀ ਕਾਮਰੂ ਦੇਸ਼ ਦਾ ਮਸਲਾ ਹੱਲ ਹੋ ਗਿਆ ਹੈ। ਉੱਥੋਂ ਦਾ ਜੋ ਵੀ ਹਾਲਾਤ ਹੈ ਉਹ ਮੈਂ ਔਰੰਗਜ਼ੇਬ ਨੂੰ ਜਾ ਕੇ ਦੱਸਾਂਗਾ। ਅਦਕ ਦਰਬ ਕੋ ਧਰ ਕਰ ਆਗੇ। ਰਾਜੇ ਬਿਸ਼ਨ ਸਿੰਘ ਨੇ ਬਹੁਤ ਸਾਰੀ ਮਾਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਮੱਥਾ ਟੇਕੀ ਹੈ। ਬਿਨਤੀ ਭਨੀ ਪ੍ਰੇਮ ਰਸ ਪਾਗੇ। ਔਰ ਬੜੇ ਪ੍ਰੇਮ ਨਾਲ ਰਾਜਾ ਬਿਸ਼ਨ ਸਿੰਘ ਬੇਨਤੀ ਕਰਨ ਲੱਗਾ ਹੈ, ਕਿਰਪਾ ਤੁਮਾਰੀ ਤੇ ਜਸ ਪਾਇਓ। ਇਹ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ, ਤੁਹਾਡੀ ਬਖਸ਼ਿਸ਼ ਨਾਲ, ਤੁਹਾਡੀ ਰਹਿਮਤ ਨਾਲ ਮੈਂ ਬੜਾ ਜਸ ਖੱਟਿਆ ਹੈ। ਸੁਖ ਸਮੇਤ ਮੈਂ ਸਰ ਕਰ ਆਇਓ। ਤੇ ਮਹਾਰਾਜ ਬੜੇ ਸੁੱਖਾਂ ਨਾਲ ਮੈਂ ਦੇਸ਼ ਕਾਮਰੂ ਫਤਿਹ ਕਰਕੇ ਆਇਆ। ਅਬ ਤੁਰ ਕੇਸ਼ਰ ਨਿਕਟ ਸਿਧਾਉ। ਹੁਣ ਮੈਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਜਾਵਾਂਗਾ। ਮਿਲ ਕਰ ਪਨ ਆਪਣੇ ਘਰ ਜਾਉ। ਉਹਨੂੰ ਮਿਲ ਕੇ 2-4 ਦਿਨ ਦਿੱਲੀ ਰਹਿ ਕੇ ਫਿਰ ਮੈਂ ਆਪਣੇ ਦੇਸ਼ ਰਾਜਸਥਾਨ ਦੇ ਵਿੱਚ ਜੋਧਪੁਰ ਆਪਣੀ ਰਾਜਧਾਨੀ ਚਲਾ ਜਾਵਾਂਗਾ। ਚਿਰੰਕਾਲ ਬੀਤਾ ਤੁਮ ਜਾਨੋ। ਇਹ ਗੁਰੂ ਜੀ, ਮੈਨੂੰ ਘਰੋਂ ਚੱਲਿਆਂ ਨੂੰ ਕਈ ਸਾਲ ਬੀਤ ਗਏ ਨੇ, ਆਪ ਜੀ ਜਾਣਦੇ ਹੋ, ਆਪ ਜੀ ਵੀ ਨਾਲ ਹੀ ਮੇਰੇ ਰਹੇ ਹੋ। ਮੈਂ ਕਈ ਸਾਲਾਂ ਬਾਅਦ ਆਪਣੀ ਮਾਤਾ ਨੂੰ ਤੇ ਆਪਣੇ ਪਰਿਵਾਰ ਨੂੰ ਮਿਲਾਂਗਾ। ਸੁਨ ਸਤਿਗੁਰ ਤਬ ਹੁਕਮ ਬਖਾਨੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜੇ ਬਿਸ਼ਨ ਸਿੰਘ ਦੀ ਬੇਨਤੀ ਸੁਣ ਕੇ ਫਰਮਾਨ ਕਰਦੇ। ਏਸ਼ ਨਿਜ ਫੇਰ। ਮਹਾਰਾਜ ਕਹਿਣ ਲੱਗੇ, ਠੀਕ ਹੈ ਰਾਜਾ ਬਿਸ਼ਨ ਸਿੰਘ ਜੀ, ਹੁਣ ਤੁਸੀਂ ਜਾਓ। ਪਹਿਲਾਂ ਬਾਦਸ਼ਾਹ ਔਰੰਗਜ਼ੇਬ ਨੂੰ ਮਿਲ ਕੇ ਜਿਹੜੀ ਕਾਮਰੂ ਦੇਸ਼ ਦੀ ਹਾਲਾਤ ਹੈ ਉਹ ਦੱਸ ਦਿਓ, ਫਿਰ ਤੁਸੀਂ ਆਪਣੇ ਨਗਰ ਜੋਧਪੁਰ ਚਲੇ ਜਾਣਾ। ਸਿਮਰੋ ਸਤਨਾਮ ਸੁਖ ਹੇਰ। ਔਰ ਖਿਆਲ ਰੱਖਣਾ, ਮਨੁੱਖਾ ਜਨਮ ਕੇਵਲ ਰਾਜ ਕਰਨ ਵਾਸਤੇ ਨਹੀਂ ਹੈ, ਦੁਨੀਆ ਦੇ ਸੁੱਖਾਂ ਵਾਸਤੇ, ਕਿ ਆਪਾਂ ਪੈਸਾ ਇਕੱਠਾ ਕਰੀਏ, ਐਸ਼ੋ ਆਰਾਮ ਕਰੀਏ। ਉਹ ਜਿਹੜੇ ਕੰਮ ਨੇ ਰਾਜ ਭਾਗ ਦੇ, ਉਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਕਰਨਾ, ਤੁਹਾਡਾ ਧਰਮ ਹੈ। ਪਰ ਅਸਲੀ ਕੰਮ ਨਾਮ ਜਪਣਾ ਹੈ, ਆਪਣੀ ਆਤਮਾ ਦੇ ਭਲੇ ਵਾਸਤੇ। ਇਸ ਦੁਨੀਆ ਤੋਂ ਜਦੋਂ ਜਾਣਾ ਹੈ ਉਦੋਂ ਰਾਜ ਭਾਗ ਨਾਲ ਨਹੀਂ ਜਾਣਾ, ਦੁਨਿਆਵੀ ਵਡਿਆਈਆਂ ਨਾਲ ਨਹੀਂ ਜਾਣੀਆਂ। ਉਦੋਂ ਤਾਂ ਕੇਵਲ ਸਤਨਾਮ ਸ੍ਰੀ ਵਾਹਿਗੁਰੂ ਹੀ ਕੰਮ ਆਏਗਾ। ਸੋ ਪਰਮੇਸ਼ਰ ਦਾ ਨਾਮ ਹਮੇਸ਼ਾ ਜਪਦੇ ਰਹਿਣਾ ਹੈ। ਬਿਗਨ ਪਰੇ ਸਤਿਗੁਰੂ ਅਰਾਧੋ। ਜਦੋਂ ਕੋਈ ਵਿਘਨ ਪਵੇ ਉਦੋਂ ਸਤਿਗੁਰਾਂ ਨੂੰ ਯਾਦ ਕਰਨਾ ਹੈ। ਅਨੇਕ ਬਿਦਨ ਕੀ ਬਾਧਾ ਬਾਧੋ। ਹਾਂ, ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਬਾਧਾ ਹਨ, ਜਿਹੜੀਆਂ ਰੁਕਾਵਟਾਂ ਹਨ, ਜਿਹੜੇ ਵਿਘਨ ਹਨ, ਉਹ ਦੂਰ ਹੋ ਜਾਂਦੇ ਹਨ ਜਦੋਂ ਪਰਮੇਸ਼ਰ ਦਾ ਨਾਮ ਲਈਏ। ਕੋਈ ਵੀ ਦੁੱਖ ਦੀ ਘੜੀ ਆ ਜਾਵੇ ਬੰਦੇ ਦੀ ਜ਼ਿੰਦਗੀ 'ਚ, ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਮਾੜਾ ਸਮਾਂ ਵੀ ਆਉਂਦਾ, ਚੰਗਾ ਵੀ ਆਉਂਦਾ। ਜਦੋਂ ਬੰਦੇ ਦੇ ਮਾੜੇ ਸਮਾਂ ਆਉਂਦਾ ਉਦੋਂ ਬੰਦਾ ਘਬਰਾ ਜਾਂਦਾ। ਕਈ ਤਾਂ ਇੱਥੋਂ ਤੱਕ ਕਹਿੰਦੇ ਵੀ ਮੈਂ ਹੁਣ ਸੁਸਾਈਡ ਹੀ ਕਰ ਲਵਾਂ। ਗੁਰੂ ਸਾਹਿਬ ਕਹਿੰਦੇ ਐਸਾ ਕਰਨ ਦੀ ਲੋੜ ਨਹੀਂ। ਕੀ ਕਰਨਾ? ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤਤੀ ਵਾਓ, ਸਾਹਿਬ ਨਿਤਾਣਿਆਂ ਕਾ ਥਾਮ। ਉਹ ਵਾਹਿਗੁਰੂ ਜਿਹੜਾ ਨਿਤਾਣਿਆਂ ਦਾ ਤਾਣ ਹੈ, ਨਿਮਾਣਿਆਂ ਦਾ ਮਾਣ ਹੈ, ਉਸ ਵਾਹਿਗੁਰੂ ਦਾ ਓਟ ਆਸਰਾ ਲੈਣਾ। ਉਸ ਵੇਲੇ ਤੁਹਾਨੂੰ ਕੋਈ ਦੁੱਖ ਨਹੀਂ ਲੱਗੇਗਾ, ਭਾਵੇਂ ਜਿੱਡੀ ਵੱਡੀ ਮੁਸੀਬਤ ਹੋਵੇ, ਪਰਮੇਸ਼ਰ ਦਾ ਨਾਮ ਤੁਹਾਡੀ ਸਹਾਇਤਾ ਕਰੇਗਾ। ਸੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਰਾਜਾ ਜ਼ਿੰਦਗੀ ਵਿੱਚ ਚੰਗਾ ਮਾੜਾ ਸਮਾਂ ਆਵੇ, ਪਰਮੇਸ਼ਰ ਨੂੰ ਯਾਦ ਰੱਖੀ। ਸੁਨਤ ਸੀਖ ਕੋ ਬੰਧਨ ਠਾਨੀ। ਸਤਿਗੁਰੂ ਜੀ ਦੀ ਸਿੱਖਿਆ ਸੁਣ ਕੇ ਰਾਜੇ ਬਿਸ਼ਨ ਸਿੰਘ ਨੇ ਚਰਨਾਂ ਤੇ ਮੱਥਾ ਟੇਕਿਆ। ਵਿਚਰ ਨ ਸਕਹਿ ਪ੍ਰੀਤਮ ਹਾਨੀ। ਗੁਰੂ ਸਾਹਿਬ ਨਾਲ ਰਾਜੇ ਬਿਸ਼ਨ ਸਿੰਘ ਦਾ ਇੰਨਾ ਪ੍ਰੇਮ ਹੋ ਚੁੱਕਾ ਸੀ, ਇੰਨੀ ਉਹਦੀ ਗੁਰੂ ਮਹਾਰਾਜ ਨਾਲ ਪ੍ਰੀਤੀ ਵੱਧ ਚੁੱਕੀ ਸੀ ਵੀ ਜਾਣਾ ਨਹੀਂ ਚਾਹੁੰਦਾ, ਛੱਡ ਕੇ ਵਿਛੜਨਾ ਨਹੀਂ ਚਾਹੁੰਦਾ। ਮਜਬੂਰੀ ਹੈ ਕਿ ਉਹਨੂੰ ਜਾਣਾ ਪੈਣਾ ਹੈ, ਪਰ ਉਹਦਾ ਦਿਲ ਨਹੀਂ ਕਰਦਾ ਵੀ ਗੁਰੂ ਸਾਹਿਬ ਨੂੰ ਛੱਡ ਕੇ ਜਾਵਾਂ। ਲੈ ਆਗਿਆ ਕੋ ਆਇਓ ਹਟੇਰੇ। ਰਾਜਾ ਬਿਸ਼ਨ ਸਿੰਘ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਭਰੀਆਂ ਅੱਖਾਂ ਨਾਲ ਵਿਦਾਇਗੀ ਲੈ ਕੇ ਆਪਣੇ ਡੇਰੇ ਆਇਆ ਹੈ। ਲਸ਼ਕਰ ਤਿਆਰੀ ਕਰ ਤਿਸ ਬੇਰੇ। ਔਰ ਆਪਣੀ ਫੌਜ ਨੂੰ ਜੰਗ ਦੇ, ਜਿਹੜੀ ਜੰਗੀ ਫੌਜ ਸੀਗੀ, ਜਿਹੜੀ ਲਾਓ ਲਸ਼ਕਰ ਨਾਲ ਲੈ ਕੇ ਆਇਆ ਸੀ,
ਉਹਨਾਂ ਸਾਰਿਆਂ ਨੂੰ ਦਿੱਲੀ ਚੱਲਣ ਦੀ ਤਿਆਰੀ ਦਾ ਹੁਕਮ ਦਿੱਤਾ ਹੈ। ਕਰਿਓ ਕੂਚ ਦਿੱਲੀ ਦਿਸ਼ ਗਇਓ। ਔਰ ਰਾਜੇ ਬਿਸ਼ਨ ਸਿੰਘ ਨੇ ਪਟਨੇ ਤੋਂ ਕੂਚ ਕੀਤਾ ਤੇ ਦਿੱਲੀ ਦੇ ਰਾਹ ਪੈ ਗਿਆ। ਮਿਲਿਓ ਸ਼ਾਹ ਕਰ ਪੁਨ ਪਠ ਦਇਓ। ਆ ਕੇ ਦਿੱਲੀ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਿਆ, ਸਾਰੀ ਗੱਲਬਾਤ ਦੱਸੀ ਤੇ ਫਿਰ ਜੋਧਪੁਰ ਚਲਾ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਤਬੈ। ਇਧਰ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਸੁਣੋ। ਮਹਾਰਾਜ ਪਟਨੇ ਵਿੱਚ ਕੁਝ ਸਮਾਂ ਠਹਿਰੇ ਹਨ। ਉਪਦੇਸ਼ਤ ਸੰਗਤ ਸਿੱਖ ਸਭਾ। ਪਟਨੇ ਦੀਆਂ ਹਜ਼ਾਰਾਂ ਸੰਗਤਾਂ ਨੂੰ ਪਰਮੇਸ਼ਰ ਦੀ ਭਗਤੀ ਦਾ ਉਪਦੇਸ਼ ਦਿੰਦੇ ਹਨ। ਰੋਜ਼ ਸੰਗਤਾਂ ਸ਼ਹਿਰ ਦੀਆਂ ਆ ਜਾਂਦੀਆਂ। ਹਿੰਦੂ ਮੁਸਲਮਾਨ ਗਰੀਬ ਅਮੀਰ ਵੱਡੇ ਛੋਟੇ ਹਰ ਇਨਸਾਨ ਦੇ ਲਈ ਦਰਵਾਜ਼ੇ ਖੁੱਲੇ। ਗੁਰੂ ਸਾਹਿਬ ਦੇ ਕੋਲ ਬੇਅੰਤ ਸੰਗਤਾਂ ਜੁੜਦੀਆਂ ਰੋਜ਼ ਤੇ ਮਹਾਰਾਜ ਸਾਰਿਆਂ ਨੂੰ ਪ੍ਰੇਮਾ ਭਗਤੀ ਦਾ ਉਪਦੇਸ਼ ਦਿੰਦੇ ਹਨ। ਨਾਨਾ ਕਰਹਿ ਕਾਮਨਾ ਪੂਰੀ। ਤੇ ਗੁਰੂ ਸਾਹਿਬ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਸਿੱਖੀ ਬਸਤਾਰੀ ਗੁਣ ਰੂਰੀ। ਮਹਾਰਾਜ ਨੇ ਸਿੱਖੀ ਦਾ ਬਹੁਤ ਵਾਅਦਾ ਕੀਤਾ। ਬੇਅੰਤ ਸੰਗਤਾਂ ਨਵੀਆਂ ਆ ਕੇ ਗੁਰੂ ਘਰ ਜੁੜਦੀਆਂ ਰਹੀਆਂ। ਸਤ ਕੋ ਦੇਖਤ ਅਦਕ ਆਨੰਦ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਵੱਲ ਵੇਖ ਕੇ ਬੜੇ ਪ੍ਰਸੰਨ ਹੁੰਦੇ ਹਨ। ਜਾਨਹ ਇਹ ਜਰ ਤੁਰਕ ਨਿਕੰਦਾ ਹੈ। ਤੇ ਜਾਣਦੇ ਨੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਹ ਤੁਰਕਾਂ ਦੀਆਂ ਜੜ੍ਹਾਂ ਪੁੱਟੇਗਾ। ਜਿਹੜੇ ਜ਼ਾਲਮ ਸਦੀਆਂ ਤੋਂ ਮੁਗਲ ਹਿੰਦੁਸਤਾਨ ਤੇ ਰਾਜ ਕਰ ਰਹੇ ਨੇ, ਗਰੀਬਾਂ ਨੂੰ ਲੋਕਾਂ ਨੂੰ ਭਗਤਾਂ ਸੰਤਾਂ ਨੂੰ ਦੁੱਖ ਦਿੰਦੇ ਨੇ, ਤੇ ਉਹਨਾਂ ਜ਼ਾਲਮਾਂ ਨੂੰ ਇਹ ਨੱਥ ਪਾਵੇਗਾ। ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ, ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ। ਨਿਜ ਪੰਥ ਚਲਾਇਓ ਖਾਲਸਾ ਤਰ ਤੇਜ ਕਰਾਰਾ। ਸਿਰ ਕੇਸ ਧਾਰ ਗਏ ਖੜਕੋ ਸਭ ਦੁਸ਼ਟ ਪਛਾਰਾ। ਤਦ ਕੁੱਦੇ ਸਿੰਘ ਭੁਜੰਗੀਏ ਨੀਲੰਬਰ ਧਾਰਾ। ਤਿਨ ਉਹ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ। ਇਹੋ ਜਿਹਾ ਤੇਜਸਵੀ ਸੂਰਮਾ ਮੇਰਾ ਇਹ ਪੁੱਤਰ ਹੋਵੇਗਾ। ਮਨ ਸਨੇਹ ਕੇ ਸਨੇ ਵਡੇਰੇ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਹੋਣਹਾਰ ਪੁੱਤਰ ਦੁਸ਼ਟ ਦਮਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲ ਬੜੀ ਗਹਿਰੀ ਨਿਗਾਹ ਨਾਲ ਦੇਖਦੇ ਹਨ। ਆਉਣ ਵਾਲੇ ਸਮੇਂ ਨੂੰ ਦੇਖਦੇ ਹਨ ਕਿ ਮੇਰਾ ਇਹ ਗੋਬਿੰਦ ਇੱਕ ਦਿਨ ਸਾਰੀ ਦੁਨੀਆ ਦੇ ਵਿੱਚ ਐਸੀ ਆਜ਼ਾਦੀ ਦੀ ਲਹਿਰ ਚਲਾਵੇਗਾ, ਐਸਾ ਸੂਰਮਿਆਂ ਯੋਧਿਆਂ ਮਹਾਂਬਲੀਆਂ ਦਾ ਪੰਥ ਪੈਦਾ ਕਰੇਗਾ, ਐਸੀ ਤੇਜਸਵੀ ਫੌਜ ਬਣਾਵੇਗਾ ਜਿਹੜਾ ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਣਗੇ। ਜਿਹੜੇ ਹਿੰਦੁਸਤਾਨ ਦੇ ਉੱਤੇ 700 ਸਾਲ ਤੋਂ ਜ਼ੁਲਮ ਕਰ ਰਹੇ ਨੇ, ਮਾਰਨ ਗਊ ਗਰੀਬ ਨੂੰ, ਧਰਤੀ ਉੱਪਰ ਪਾਪ ਬਿਥਾਰਾ, ਠਾਕੁਰ ਦੁਆਰੇ ਢਾਏ ਕੇ ਤੇ ਠੌਣੀ ਮਸੀਤ ਉਸਾਰਾ। ਜਿਨ੍ਹਾਂ ਨੇ ਮੰਦਰ ਢਾ ਦਿੱਤੇ, ਮਸੀਤਾਂ ਬਣਾ ਦਿੱਤੀਆਂ, ਗਊਆਂ ਨੂੰ ਮਾਰਦੇ ਨੇ, ਗਰੀਬਾਂ ਨੂੰ ਮਾਰਦੇ ਨੇ, ਸਵਾ ਮਣ ਜਨੇਊ ਉਤਾਰ ਕੇ ਰੋਟੀ ਖਾਂਦੇ ਨੇ, ਉਹਨਾਂ ਜ਼ਾਲਮਾਂ ਨੂੰ ਨੱਥ ਪਾਵੇਗਾ। ਕਰਹਿ ਬਿਠਾਵਨ ਆਪਣੇ ਨੇਰੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਇਕਲੌਤੇ ਲਾਲ ਨੂੰ ਆਪਣੇ ਕੋਲ ਬਿਠਾ ਕੇ ਰੱਖਦੇ ਨੇ, ਉਹਦੇ ਉੱਤੇ ਪੂਰੀ ਨਿਗਾਹ ਰੱਖਦੇ ਨੇ ਤੇ ਆਪਣੇ ਪੁੱਤਰ ਨੂੰ ਚੰਗੇ ਉਪਦੇਸ਼ ਦਿੰਦੇ ਨੇ। ਲੀਲਾ ਜਥਾ ਜੰਗ ਕੀ ਠਾਨ। ਮਹਾਰਾਜ ਦੇਖਦੇ ਨੇ ਇਹ ਵੱਡਾ ਹੋ ਕੇ ਜੰਗੀ ਲੀਲਾ ਕਰੇਗਾ। ਖੇਡਦਾ ਹੀ ਸ਼ਸਤਰਾਂ ਨਾਲ ਹੈ, ਹਥਿਆਰਾਂ ਨਾਲ ਹੀ ਖੇਡਣਾ। ਚੰਨ ਗੁਜਰੀ ਦਾ ਬੇਪਰਵਾਹ ਤੇਗਾਂ ਤੀਰਾਂ ਨਾਲ ਖੇਡਦਾ। ਹੋਰ ਤੇ ਖੇਡਾਂ ਹੀ ਨਹੀਂ ਪਸੰਦ ਕਰਦੇ, ਕਦੀ ਗੁਲੇਲ, ਕਦੀ ਤੀਰ ਕਮਾਨ, ਕਦੀ ਢਾਲ ਤਲਵਾਰ, ਕਦੀ ਘੋੜੇ ਦੀ ਸਵਾਰੀ। ਜੰਗੀ ਖੇਡਾਂ ਖੇਡਣੀਆਂ ਸਾਰੀਆਂ ਹੀ। ਇਸ ਕਰਕੇ ਸਤਿਗੁਰੂ ਦੇਖਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਹਨੇ ਸਾਰੀ ਉਮਰ ਤੇਗਾਂ ਤੀਰਾਂ ਨਾਲ ਹੀ ਖੇਡਣਾ ਹੈ। ਰਚਹ ਭਵਿਖਿਅਤ ਮਹਤਿਮ ਜਾਨਾ। ਜੋ ਇਹਨੇ ਭਵਿੱਖ ਦੇ ਵਿੱਚ, ਫਿਊਚਰ ਦੇ ਵਿੱਚ ਕਰਨਾ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਖ ਰਹੇ ਹਨ ਆਪਣੀ ਅੰਤਰਯਾਮਤਾ ਨਾਲ। ਬ੍ਰਹਮ ਗਿਆਨ ਤੇ ਉਤਪਤ ਹੋਵਾ। ਹਾਂ, ਇਹ ਬ੍ਰਹਮ ਗਿਆਨ ਤੋਂ ਪੈਦਾ ਹੋਇਆ। ਬ੍ਰਹਮ ਗਿਆਨ ਤੋਂ ਵੱਡੀ ਕੋਈ ਪਾਵਰ ਨਹੀਂ ਸੰਸਾਰ ਦੇ ਵਿੱਚ। ਬ੍ਰਹਮ ਗਿਆਨ, ਬ੍ਰਹਮ ਦੇ ਵਿੱਚ ਅਭੇਦ ਹੋ ਜਾਣਾ। ਜਾਣਨਾ ਵੀ ਦੂਸਰੇ ਦੁਆਰਾ ਹੁੰਦਾ ਹੈ, ਉੱਥੇ ਜਾਣਨਾ ਰਹਿੰਦਾ ਹੀ ਨਹੀਂ, ਇੱਕ ਹੀ ਹੋ ਜਾਂਦਾ ਹੈ। 10ਵੇਂ ਪਾਤਸ਼ਾਹ ਲਿਖਦੇ ਨੇ, ਕਹਿੰਦੇ ਇਹ ਵਿਦ ਕਰਤ ਤਪੱਸਿਆ ਭਇਓ ਦੁਇਤੇ ਏਕ ਰੂਪ ਹੋਏ ਗਏ। ਇੱਕ ਰੂਪ ਹੋ ਗਏ ਮਹਾਰਾਜ ਪਰਮੇਸ਼ਰ ਨਾਲ। ਜਦੋਂ ਇੱਕ ਰੂਪ ਹੋ ਗਏ ਤੇ ਫਿਰ ਇਹ ਪਾਵਰਾਂ ਸਾਰੀਆਂ, એનર્ਜੀ ਜਿੰਨੀਆਂ ਨੇ ਸੰਸਾਰ 'ਚ ਸਾਰੀਆਂ ਇਕੱਠੀਆਂ ਹੋ ਜਾਂਦੀਆਂ। ਉਹ ਸਾਰੀਆਂ ਸ਼ਕਤੀਆਂ ਦਾ ਜੋ ਮੁਜੱਸਮਾ ਹੈ, ਜੋ ਪੁੰਜ ਹੈ, ਜੋ ਸਮੂਹ ਹੈ,
ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਮਨਹੁ ਬੀਰ ਰਸ ਲਗ ਤਨ ਜੋਵਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕੋਲ ਬੈਠੇ ਪੁੱਤਰ ਦੇ ਚਿਹਰੇ ਵੱਲ ਦੇਖਦੇ ਨੇ, ਉਹਦੀ ਬਾਡੀ ਲੈਂਗੁਏਜ ਦੇਖਦੇ ਨੇ। ਇਹਦੀ ਬਾਡੀ ਲੈਂਗੁਏਜ ਦੱਸ ਰਹੀ ਹੈ ਇਹ ਵੀਰ ਰਸ ਹੀ ਹੈ, ਆਪ ਬੈਠਾ ਹੋਇਆ। ਵੀਰ ਰਸ ਇਹਦੇ ਵਿੱਚ ਨਹੀਂ, ਇਹ ਖੁਦ ਵੀਰ ਰਸ ਹੈ, ਇਹ ਵੀਰ ਰਸ ਦਾ ਹੀ ਅਵਤਾਰ ਹੈ, ਇਉਂ ਨਜ਼ਰ ਆਉਂਦਾ ਹੈ। ਜਿਮ ਦਾ ਸਰਥ ਕਰ ਪ੍ਰੇਮ ਬਿਲਾਂਦਾ ਹੈ। ਜਿਵੇਂ ਮਹਾਰਾਜ ਦਸ਼ਰਥ ਆਪਣੇ ਪੁੱਤਰ ਸ੍ਰੀ ਰਾਮਚੰਦਰ ਜੀ ਨੂੰ ਪਿਆਰ ਨਾਲ ਦੇਖਦੇ ਸਨ, ਦੇਖਤ ਰਾਮਚੰਦ ਨਿਜ ਨੰਦਾ ਹੈ। ਆਪਣੇ ਲਾਲ ਰਾਮਚੰਦਰ ਨੂੰ ਵੇਖ ਕੇ ਦਸ਼ਰਥ ਜੀ ਖੁਸ਼ ਹੁੰਦੇ ਸਨ। ਤਥਾ ਦਲਾਰਤ ਅੰਕ ਬਿਠਾਵੇ। ਏਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਕਰਦੇ ਹਨ। ਹਰ ਬਸ ਦੇਵ ਮਨਿੰਦ ਸੁਹਾਵੇ। ਆਹ ਕਹਿੰਦੇ ਪ੍ਰਤਾਪ ਇਹਨਾਂ ਦਾ ਦੇਵਤਿਆਂ ਦੇ ਸਮਾਨ। ਚਿਹਰੇ ਵਿੱਚ ਬੜੀ ਸ਼ਾਂਤੀ ਵੀ ਹੈ ਤੇ ਕ੍ਰਾਂਤੀ ਵੀ ਹੈ, ਚਿਹਰੇ ਵਿੱਚ ਪਿਆਰ ਵੀ ਹੈ ਤੇ ਵੀਰ ਰਸ ਵੀ ਹੈ। ਹਾਂਜੀ, ਪੋਖਤ ਪਾਲਤ ਪਟ ਪਹਿਰਾਵਾ ਹੈ। ਮਾਤਾ ਜੀ ਬੜੇ ਸੋਹਣੇ ਕੱਪੜੇ ਪਵਾਉਂਦੇ ਨੇ, ਸੋਹਣੀ ਖੁਰਾਕ ਦਿੰਦੇ ਨੇ ਪਹਿਰ ਬਭੂਖਨ ਸਭ ਮਨ ਭਾਵੈ ਹੈ। ਤੇ ਸੋਹਣੇ ਸੋਹਣੇ ਗਹਿਣੇ ਪਾ ਕੇ ਕਲਗੀਆਂ ਵਾਲੇ ਬੜੇ ਸੋਹਣੇ ਲੱਗਦੇ, ਸਾਰਿਆਂ ਦੇ ਮਨ ਨੂੰ ਭਾਉਂਦੇ। ਕੇਵਲ 4.5 ਸਾਲ ਦੀ ਉਮਰ ਹੈ। ਕਰ ਗੁਲੇਲ ਐ ਚਹ ਕਰ ਬਲ ਕੋ। ਤੇ ਗੁਲੇਲ ਹੱਥ ਵਿੱਚ ਰੱਖਦੇ ਨੇ ਤੇ ਗੁਲੇਲ ਕੰਨਾਂ ਦਾ ਹੀ ਖਿੱਚ ਕੇ ਦੂਰ ਨਿਸ਼ਾਨਾ ਮਾਰਦੇ ਨੇ। ਹੇਰਤ ਹੱਥ ਹੈ ਨਿਸ਼ਾਨੇ ਥਲ ਕੋ। ਜਿੱਥੇ ਕੋਈ ਕੰਧ ਦੇ ਉੱਤੇ ਟਾਰਗੇਟ ਬਣਾ ਲੈਂਦੇ ਨੇ, ਉਹਦੇ ਵਿੱਚ ਆਪਣੇ ਸਾਥੀਆਂ ਕੋਲੋਂ ਨਿਸ਼ਾਨਾ ਲਵਾਉਂਦੇ ਨੇ। ਜਿਹੜਾ ਸਾਥੀ ਵਧੀਆ ਨਿਸ਼ਾਨਾ ਲਾਵੇ ਉਹਨੂੰ ਸ਼ਾਬਾਸ਼ ਦਿੰਦੇ ਨੇ। ਛੋਟੀ ਉਮਰ ਦੇ ਵਿੱਚ ਹੀ ਫੌਜ ਦੇ ਜਰਨਲ ਬਣ ਚੁੱਕੇ ਨੇ। ਬਖਸ਼ਾ ਹਨ ਕੇ ਬਾਲਕ ਆਵੈ। ਤੇ ਉਹਨਾਂ ਦੀ ਫੌਜ ਦੇ ਵਿੱਚ ਕਿਹੜੇ ਬੱਚੇ ਨੇ? ਪਟਨੇ ਸ਼ਹਿਰ ਦੇ ਵੱਡੇ ਵੱਡੇ ਸ਼ਾਹੂਕਾਰਾਂ ਦੇ ਬੱਚੇ ਨੇ, ਅਮੀਰ ਲੋਕਾਂ ਦੇ ਬੱਚੇ ਨੇ। ਮਿਲ ਕਰ 300 ਖੇਲ ਮਚਾਵੈ। ਉਹ ਵੱਡੇ ਵੱਡੇ ਘਰਾਣਿਆਂ ਦੇ ਸ਼ਾਹੂਕਾਰਾਂ ਦੇ ਬੱਚੇ ਹੱਥ ਜੋੜ ਕੇ ਇਹਨਾਂ ਦੀ ਤਾਬੇਦਾਰੀ ਕਰਦੇ ਨੇ। ਕਈ ਬੱਚੇ ਤਾਂ 10ਵੇਂ ਪਾਤਸ਼ਾਹ ਤੋਂ 2-2 3-3 ਸਾਲ ਵੱਡੇ ਨੇ ਉਮਰ ਦੇ ਵਿੱਚ, ਪਰ ਉਹ ਵੀ ਗੁਰੂ ਸਾਹਿਬ ਨੂੰ ਵੱਡਾ ਮੰਨਦੇ ਨੇ। ਉਹ ਵੀ ਉਹਨਾਂ ਦਾ ਕਹਿਣਾ ਮੰਨਦੇ। ਇੰਨਾ ਉਹਨਾਂ ਦਾ ਪ੍ਰਭਾਵ ਹੈ 4-5 ਸਾਲ ਦੀ ਉਮਰ ਦੇ ਵਿੱਚ ਵੀ 8-8 ਸਾਲ ਦੇ ਬੱਚੇ ਉਹਨਾਂ ਦੇ ਪਿੱਛੇ ਤੁਰਦੇ ਨੇ। ਆਦੇ ਇੱਕ ਦਿਸ਼ ਠਾਡੇ ਕਰੈ। ਫਿਰ ਮਹਾਰਾਜ ਆਪਣੀ ਫੌਜ ਨੂੰ 2 ਹਿੱਸਿਆਂ 'ਚ ਵੰਡ ਲੈਂਦੇ ਨੇ। ਅੱਧੇ ਬੱਚੇ ਇਸ ਪਾਸੇ ਖੜੇ ਕਰ ਦਿੰਦੇ ਨੇ, ਅੱਧੇ ਇਸ ਪਾਸੇ ਖੜੇ ਕਰ ਦਿੰਦੇ ਨੇ। ਆਦੇ ਲੈਗਮ ਨੇ ਸੰਗ ਥਿਰੈ। ਤੇ ਅੱਧਿਆਂ ਦੀ ਆਪ ਜਥੇਦਾਰੀ ਕਰਦੇ ਨੇ, ਅੱਧਿਆਂ ਦੀ ਫੌਜ ਦਾ ਕੋਈ ਹੋਰ ਜਥੇਦਾਰ ਬਣਾ ਦਿੰਦੇ ਨੇ। ਹੇਲਾ ਕਰਨ ਮਨਿੰਦ ਮਿਲੰਤੇ। ਕਹਿੰਦੇ ਵੀ ਹੁਣ 2 ਫੌਜਾਂ ਲੜਨਗੀਆਂ, ਆਪਾਂ ਮੁਕਾਬਲਾ ਕਰਾਂਗੇ। ਬੱਚੇ ਖੇਡਦੇ ਨੇ, ਖੇਡ ਕਾਹਦੀ? ਫੌਜਾਂ ਦੀ ਲੜਾਈ ਦੀ, ਕਿ ਉਧਰੋਂ ਤੁਹਾਡਾ ਜਥਾ ਆਵੇਗਾ, ਇਧਰੋਂ ਸਾਡਾ, ਆਪਸ 'ਚ ਆਪਾਂ ਹੁਣ ਮੁਕਾਬਲਾ ਕਰਾਂਗੇ। ਮਾਰ ਮਾਰ ਕਰ ਮਨ ਹੁਲਰੰਤੇ। ਤੇ ਦੂਰੋਂ ਦੌੜ ਕੇ ਆਉਂਦੇ ਨੇ, ਜਿਵੇਂ ਫੌਜ ਹਮਲਾ ਕਰਦੀ ਹੈ, ਜਕਾਰੇ ਲਾਉਂਦੇ ਹੋਏ ਮਾਰ ਲਓ ਫੜ ਲਓ ਕਰਕੇ ਆਉਂਦੇ ਨੇ। ਇੱਕ ਗਾਡੇ ਹੋਏ ਠਾਡੇ ਰਹਾ। ਤੇ ਅੱਗੇ ਜਦੋਂ ਮੁਕਾਬਲਾ ਹੁੰਦਾ ਹੈ, ਕਈ ਹੌਸਲੇ ਵਾਲੇ ਹੁੰਦੇ ਨੇ, ਛਾਤੀ ਢਾਹ ਕੇ ਲੜਦੇ ਨੇ। ਬਾਡਾ ਔਰ ਉਤਸਾਹ ਜੋ ਚਾਹ। ਉਹਨਾਂ ਦਾ ਹੌਸਲਾ ਵੱਧ ਜਾਂਦਾ ਵੀ ਮਹਾਰਾਜ ਸਾਡੇ ਕੋਲੋਂ ਜੰਗ ਦੀਆਂ ਖੇਡਾਂ ਖਿਡਾਉਂਦੇ ਨੇ। ਕਰ ਸਨੇਹ ਗੁਰ ਨਿਕਟ ਬੁਲਾਵੇ। ਇਦਾਂ ਇਹਨਾਂ ਨੂੰ ਖੇਡਦਿਆਂ ਲੜਦਿਆਂ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰੋਂ ਦੇਖਦੇ ਰਹਿੰਦੇ ਨੇ। ਉਹ ਦੇਖਦੇ ਰਹਿੰਦੇ ਨੇ ਵੀ ਇਹਨੇ ਸਾਰੀ ਉਮਰ ਇਦਾਂ ਹੀ ਕਰਨਾ ਹੈ, ਇਹ ਜੰਗ ਦਾ ਪਿਆਰਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਰਚਿਓ ਯੁੱਧ ਕੋ ਬਾਜ਼ਾਰ ਕਿਤੋਂ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਲੜਾਈ ਦੀ ਮਾਰਕੀਟ ਬਣਾਤੀ, ਜੰਗ ਦਾ ਬਾਜ਼ਾਰ ਬਣਾਤਾ ਕਿ ਜਿਹੜਾ ਵੀ ਸੌਦਾ ਖਰੀਦਣਾ ਆ ਕੇ ਖਰੀਦ ਲਓ, ਪਰ ਜੰਗ ਦਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਬਿਰਤੀ ਬਣਾ ਦਿੱਤੀ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਊਚਰ ਵੇਖਦੇ ਨੇ ਕਿ ਸਾਰੀ ਉਮਰ ਇਹ ਤੇਗਾਂ ਤੀਰਾਂ ਨਾਲ ਖੇਡੇਗਾ। ਅਬਹੂ ਕਹਾ ਕਰਨ ਰਣ ਭਾਵੈ। ਜਿਹੜਾ ਹੁਣ ਇੰਨੀ ਕੁ ਉਮਰ 'ਚ 5 ਸਾਲ ਦੀ ਉਮਰ, 4 ਸਾਲ ਦੀ ਉਮਰ ਵਿੱਚ ਜੰਗ ਦੀਆਂ ਗੱਲਾਂ ਸੋਚ ਰਿਹਾ, ਇਹ ਸਾਰੀ ਉਮਰ ਜੰਗ ਵਿੱਚ ਹੀ ਲੰਘਾਏਗਾ। ਫਿਰ ਹੋਏ ਬੈਠੋ ਹਮਰੇ ਪਾਸ। ਤੇ ਫਿਰ ਕੋਲ ਬਿਠਾ ਲੈਂਦੇ ਨੇ, ਪੁੱਤਰ ਅਜੇ ਕਿਹੜੀ ਜੰਗ ਦੀ ਉਮਰ ਹੈ, ਅਜੇ ਸਾਡੇ ਕੋਲ ਬੈਠਿਆ ਕਰੋ। ਸਨਹੁ ਕਰਤ ਹੈ ਸਿੱਖ ਅਰਦਾਸ। ਆ ਸੰਗਤਾਂ ਦੀ ਅਰਦਾਸ ਸੁਣਿਆ ਕਰੋ। ਸਿੱਖ ਤੁਹਾਨੂੰ ਦਰਸ਼ਨ ਕਰਨ ਆਉਂਦੇ ਨੇ, ਮੱਥਾ ਟੇਕਣ ਆਉਂਦੇ ਨੇ, ਇਹਨਾਂ ਨਾਲ ਗੱਲਬਾਤ ਕਰਿਆ ਕਰੋ। ਇਤਿਆਦਿਕ ਕਹਿ ਬਾਕ ਦਿਲਾਸੇ। ਇਸ ਤਰ੍ਹਾਂ ਪਿਆਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਨੇ
ਤੇ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਆਪਣੇ ਪੁੱਤਰ 'ਚ ਦੇਖਦੇ ਨੇ। ਕਿਤਕ ਸਮੈ ਰਾਖੈ ਨਿਜ ਪਾਸੇ। ਕੁਝ ਸਮਾਂ ਆਪਣੇ ਕੋਲ ਬਿਠਾ ਕੇ ਰੱਖਦੇ ਨੇ, ਫਿਰ ਕਹਿੰਦੇ ਜਾਓ ਖੇਡੋ। ਤੇ ਜਦੋਂ ਖੇਡਣ ਦਾ ਇਸ਼ਾਰਾ ਹੁੰਦਾ ਉਸੇ ਵੇਲੇ ਬੱਚਿਆਂ ਦੀ ਫੌਜ ਨੂੰ ਲੜਨ ਤੇ, ਗੋਲੇਲਾ ਚਲਾਉਣ ਤੇ, ਦੌੜਨ ਤੇ, ਇਦਾਂ ਦੀਆਂ ਜਿਹੜੀਆਂ ਜੰਗੀ ਖੇਡਾਂ ਹਨ ਉਹਦੇ ਵਿੱਚ ਲਾ ਦਿੰਦੇ ਹਨ। ਬਾਹਰ ਜਾਏ ਬਾਲਕ ਮਹਿ ਖੇਡਦੇ ਹਨ। ਰੇਲਤ ਕੇਲਹ ਕਿਸਹੂ ਝੇਲਹ। ਕਹਿ ਕਿਸੇ ਨੂੰ ਧੱਕਾ ਮਾਰਦੇ ਨੇ, ਕਿਸੇ ਦਾ ਧੱਕਾ ਚੱਲਦੇ ਨੇ। ਇਸ ਤਰ੍ਹਾਂ ਸ੍ਰੀ ਗੁਰੂ ਮਹਾਰਾਜ ਦਸਮ ਪਾਤਸ਼ਾਹ ਜੀ ਬਾਲ ਲੀਲਾ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਕਰਦੇ ਨੇ। ਉਹ ਕਥਾ ਆਪਾਂ ਕੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।